अपनी पीढ़ी थले सोटा मारन की लोड़ है बादल परिवार ਨੂੰ कि क्यों अकाली दल के अंदर लगातार फुट पै रही है। ब्रह्मपुरा साहब क्यों छड्ड गए, ढींडसा साहब क्यों छड्ड गए, मनप्रीत बादल तो अपने घर का बच्चा सीगा, वो तो कांग्रेस च गया, बीजेपी च नहीं आया, वो क्यों पार्टी छड्ड गया। अज सिरसा साहब क्यों छड्ड गए, या आने वाले दिन ਜਿਹੜੇ होर ਵੱਡੇ ਵੱਡੇ लोग पार्टी ਛੱਡਣ ਵਾਲੇ ਨੂੰ क्यों छड्ड रहे ਨੇ। पर डॉक्टर साहब ये जगीर ਤੁਹਾਨੂੰ 10 ਸਾਲ ਕਿਉਂ ਨਹੀਂ ਦਿਸੀ ਜਦੋਂ ਕਹਿੰਦੇ ਸੀ ਨੌ ਤੇ ਮਾਸ ਵਾਲਾ ਰਿਸ਼ਤਾ ਹੈ। ਬਾਦਲ ਸਾਹਿਬ ਹਿੰਦੂ ਤੇ ਸਿੱਖ ਭਾਈਚਾਰੇ ਏਕਤਾ ਦੇ ਪ੍ਰਤੀਕ ਹੈ। ਅੱਜ ਜਦੋਂ ਤੋੜ ਵਿਛੋੜਾ ਹੋ ਗਿਆ ਹੁਣ ਹੀ ਕਿਉਂ ਲੱਗਦਾ ਤੁਹਾਨੂੰ? ਉਹ ਕਹਿੰਦੇ ਪਿੰਡਾਂ 'ਚ ਤਾਂ ਬੀਜੇਪੀ ਵਾਲ ਦਾ ਨਾਂ ਤੋਂ ਹੀ ਹੈ ਨਹੀਂ। ਆ ਤੁਸੀਂ ਕਾਨੂੰਨ ਵੀ ਕਹਿੰਦੇ ਭਾਵੇਂ ਵਾਪਸ ਕਰ ਲਿਆ ਤੁਹਾਨੂੰ ਵੋਟਾਂ ਨਹੀਂ ਪੈਣੀਆਂ। ਇੱਕ ਤਰ੍ਹਾਂ ਦੀ ਇਹ ਵੀ ਚਰਚਾ ਛਿੜਦੀ ਹੈ ਕਹਿੰਦੇ ਕਿ ਭਾਜਪਾ ਨਾਲ ਉਹ ਹੋ ਗਈ, ਕਹਿੰਦੇ ਵੀ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋਗੇ ਤੇ ਲਿੱਦ ਚੁੱਕਣੀ ਪਈ। ਹੁਣ ਰਹਿੰਦੀਆਂ ਮੰਗਾਂ ਦਾ ਕੀ ਕਰੋਗੇ? ਕਿਸਾਨਾਂ ਦਾ ਰਿਐਕਸ਼ਨ ਆਇਆ ਕਿ ਅਸੀਂ ਤਾਂ ਉਹਨਾਂ ਚਿਰ ਬੈਠੇ ਰਹਾਂਗੇ, ਅਜੇ ਅੰਦੋਲਨ ਚੱਕਣਾ ਨਹੀਂ ਹੈ। 4 ਦੀ ਬੈਠਕ ਰੱਖੀ ਹੈ, ਲੱਗਦਾ ਕਹਿੰਦੇ ਹੱਥ ਹੀ ਲੰਘ ਗਿਆ, ਪੂਛ ਰਹਿ ਗਈ, ਹੁਣ ਇਹ ਵੀ ਨਿਬੇੜ ਦਿਓਗੇ। ਜਿਵੇਂ ਜਿਵੇਂ ਪੰਜਾਬ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਤਿਉਂ-ਤਿਉਂ ਪੰਜਾਬ ਦੀ ਸਿਆਸਤ ਭਖਦੀ ਜਾ ਰਹੀ ਹੈ। ਜੋੜ ਤੋੜ ਦਾ ਸਿਲਸਿਲਾ ਵੀ ਜਾਰੀ ਹੋ ਗਿਆ। ਕੁਝ ਲੀਡਰ ਪਾਰਟੀਆਂ ਛੱਡ ਰਹੇ ਨੇ, ਨਵੀਆਂ 'ਚ ਸ਼ਾਮਲ ਹੋ ਰਹੇ ਨੇ ਔਰ ਇਸੇ ਤਰ੍ਹਾਂ ਦੀ ਪੰਜਾਬ ਦੀ ਪੋਲਿਟਿਕਸ ਦੇ ਅੰਦਰ ਇੱਕ ਵੱਡੀ ਡਿਵੈਲਪਮੈਂਟ ਹੋਈ ਬੇਸ਼ੱਕ ਦਿੱਲੀ 'ਚ ਹੈ, ਪਰ ਇਹਦਾ ਜਿਹੜਾ ਧਮਾਕਾ ਹੈਗਾ ਉਹ ਪੰਜਾਬ ਦੇ ਵਿੱਚ ਪਿਆ। ਪੰਜਾਬੀ ਦੇ ਵਿੱਚ ਇੱਕ ਬੋਲੀ ਵੀ ਹੈ ਕਿ ਮੈਂ ਨੱਚਦੀ ਹਾਂ ਕਲਕੱਤੇ ਤੇ ਮੇਰੀ ਧਮਕ ਜਲੰਧਰ ਪੈਂਦੀ। ਉਸੇ ਤਰ੍ਹਾਂ ਦਾ ਹੀ ਕੁਝ ਵਾਕਿਆ ਜਿਹੜਾ ਕੱਲ੍ਹ ਦੇਸ਼ ਦੀ ਸਿਆਸਤ ਦੇ ਵਿੱਚ ਹੋਇਆ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਅਕਾਲੀ ਦਲ ਦੇ ਲੀਡਰ ਜਿਹੜੇ ਕਿ ਕੱਲ੍ਹ ਭਾਜਪਾ ਦਾ ਪੱਲਾ ਫੜ ਗਏ ਨੇ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਔਰ ਭਾਜਪਾ ਦੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਦੇ ਪ੍ਰੈਜ਼ੈਂਸ ਦੇ ਵਿੱਚ ਸ਼ਮੂਲੀਅਤ ਹੋਈ ਹੈ। ਮੰਨਿਆ ਜਾ ਰਿਹਾ ਕਿ ਬੀਜੇਪੀ ਨੇ ਇਹ ਮਾਸਟਰ ਸਟ੍ਰੋਕ ਮਾਰਿਆ। ਕੁਝ ਖਬਰਾਂ ਅਜਿਹੀਆਂ ਵੀ ਆ ਰਹੀਆਂ ਨੇ ਕਿ ਅਕਾਲੀ ਦਲ ਨੇ ਅਨਿਲ ਜੋਸ਼ੀ ਵਾਲਾ ਨਹਿਲਾ ਸਿੱਟਿਆ ਸੀ ਤੇ ਬੀਜੇਪੀ ਨੇ ਮਨਜਿੰਦਰ ਸਿਰਸਾ ਵਾਲਾ ਦਹਿਲਾ ਸੁੱਟ ਦਿੱਤਾ। ਇਸ ਪੂਰੇ ਮਸਲੇ ਤੇ ਅਸੀਂ ਵਿਸਤਾਰ 'ਚ ਚਰਚਾ ਕਰਾਂਗੇ। ਪੰਜਾਬ ਭਾਜਪਾ ਦੇ ਜਨਰਲ ਸੈਕਟਰੀ ਡਾਕਟਰ ਸੁਭਾਸ਼ ਸ਼ਰਮਾ ਇਸ ਵਕਤ ਸਾਡੇ ਨਾਲ ਮੌਜੂਦ ਨੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ। ਬਹੁਤ ਬਹੁਤ ਧੰਨਵਾਦ ਸੋਢੀ ਸਾਹਿਬ। ਡਾਕਟਰ ਸਾਹਿਬ ਕੀ ਮੰਨਿਆ ਜਾਵੇ, ਇਹ ਮਾਸਟਰ ਸਟ੍ਰੋਕ ਹੈ ਜਾਂ ਫਿਰ ਜੋਸ਼ੀ ਵਾਲੇ ਨਹਿਲੇ ਤੇ ਤੁਸੀਂ ਸਿਰਸਾ ਦਾ ਦਹਿਲਾ ਸਿੱਟਿਆ? ਨਹੀਂ, ਮੈਂ ਇਹਨੂੰ ਇਸ ਤੋਂ ਵੀ ਕਿਤੇ ਜ਼ਿਆਦਾ ਵੱਡੀ ਚੀਜ਼ ਮੰਨਦਾ। ਦੇਖੋ, ਮਨਜਿੰਦਰ ਸਿੰਘ ਸਿਰਸਾ ਜੀ ਜੋ ਹੈ ਉਹ ਇੱਕ ਤਰ੍ਹਾਂ ਨਾਲ ਅਗਰ ਅਸੀਂ ਕਹੀਏ ਤਾਂ ਪਿਛਲੇ ਕੁਝ ਸਾਲਾਂ 'ਚ ਉਹਨਾਂ ਦੀ ਜਿਹੜੀ ਛਵੀ ਬਣੀ ਹੈ, ਉਹਨਾਂ ਦੇ ਕੰਮ ਕਰਕੇ ਸਿੱਖ ਮਸਲਿਆਂ ਦੇ ਲਈ ਲੜਾਈ ਲੜਨ ਵਾਲਾ ਸਭ ਤੋਂ ਅੱਛਾ ਔਰ ਵੱਡਾ ਚਿਹਰਾ ਸਿਰਸਾ ਸਾਹਿਬ ਬਣੇ ਹੈ ਜੀ, ਜਿਨ੍ਹਾਂ ਨੇ ਸਮੇਂ-ਸਮੇਂ 'ਤੇ ਸਿੱਖ ਸਮਾਜ ਨਾਲ ਜੁੜੇ ਵਿਸ਼ਿਆਂ ਨੂੰ ਉਠਾਇਆ, ਮਸਲਿਆਂ ਨੂੰ ਉਠਾਇਆ, ਲੌਜੀਕਲ ਐਂਡ ਤੱਕ ਲੈ ਕੇ ਗਏ, ਲੜਾਈਆਂ ਵੀ ਲੜੀਆਂ। ਐਸੇ ਵਿਅਕਤੀ ਦਾ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋਣਾ ਉਹ ਇਸ ਗੱਲ 'ਤੇ ਮੋਹਰ ਲਾਉਂਦਾ ਹੈ, ਜਿਹੜੀ ਗੱਲ ਅਸੀਂ ਲਗਾਤਾਰ ਲੰਬੇ ਸਮੇਂ ਤੋਂ ਕਹਿ ਰਹੇ ਸੀ ਕਿ ਸਿੱਖ ਸਮਾਜ ਲਈ ਜਿੰਨਾ ਕੰਮ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪਿਛਲੇ 7 ਸਾਲ 'ਚ ਕੀਤਾ ਹੈ, ਪਿਛਲੇ 70 ਸਾਲ 'ਚ ਕਿਸੇ ਨੇ ਨਹੀਂ ਕੀਤਾ ਸੀ। ਜਿੰਨੇ ਵੱਡੇ ਮਸਲੇ ਸੀ ਸਿੱਖ ਸਮਾਜ ਦੇ, 1984 ਦੇ ਦੰਗਾ ਦੇ ਜਿਹੜੇ ਦੋਸ਼ੀ ਸੀਗੇ, ਨਸਲਕੁਸ਼ੀ ਦੇ ਜਿਹੜੇ ਦੋਸ਼ੀ ਸੀਗੇ, ਉਹਨਾਂ ਨੂੰ ਜੇਲ੍ਹਾਂ ਦੀਆਂ ਸਜ਼ਾਖਾਂ 'ਚ ਕੌਣ ਲੈ ਕੇ ਗਿਆ? ਮੋਦੀ ਸਾਹਿਬ ਲੈ ਕੇ ਗਏ ਸਿੱਟ ਬਣਾ ਕੇ। ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਕੇ ਸਭ ਨੂੰ ਗੁਰੂ ਧਾਮਾਂ ਦੇ ਦਰਸ਼ਨ ਦੀਦਾਰ ਦੀ ਖੁੱਲ੍ਹ ਦਿੱਤੀ, ਅਸੀਂ ਸਾਰਿਆਂ ਨੂੰ ਸੁਭਾਗ ਮਿਲਿਆ, ਨਰਿੰਦਰ ਮੋਦੀ ਜੀ ਨੇ ਦਿੱਤਾ। ਸ਼੍ਰੀ ਹਰਿਮੰਦਰ ਸਾਹਿਬ ਨੂੰ FCRA ਦਾ ਸਟੇਟਸ ਦਿੱਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਪੁਰਬ ਪੂਰੀ ਦੁਨੀਆ 'ਚ ਮਨਾਇਆ। 550ਵਾਂ ਜਿਹੜਾ ਪ੍ਰਕਾਸ਼ ਪਰਵ ਆਇਆ ਸੀਗਾ। ਅਸੀਂ ਹੁਣੇ ਦੇਖਿਆ ਅਫਗਾਨਿਸਤਾਨ 'ਚ ਜਦੋਂ ਤਾਲਿਬਾਨਾਂ ਦੀ ਸਰਕਾਰ ਬਣੀ ਹੈ, ਸਾਡੇ ਸਿੱਖ ਭੈਣਾਂ ਭਰਾਵਾਂ ਨੂੰ ਜਿਨ੍ਹਾਂ 'ਚ MP ਵੀ ਸ਼ਾਮਲ ਸਨ, ਉਹਨਾਂ ਨੂੰ ਪੂਰੇ ਮਾਨ ਸਨਮਾਨ ਨਾਲ ਅਸੀਂ ਆਪਣੇ ਦੇਸ਼ 'ਚ ਲੈ ਕੇ ਆਏ, ਹਿੰਦੁਸਤਾਨ 'ਚ ਲੈ ਕੇ ਆਏ। ਸਰੂਪਾਂ ਨੂੰ, ਗੁਰੂ ਸਾਹਿਬ ਦਿਆਂ ਨੂੰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਿਆਂ ਨੂੰ ਪੂਰੀ ਮਰਿਆਦਾ ਨਾਲ ਲੈ ਕੇ ਆਏ। ਇਹ ਸਾਰੀਆਂ ਚੀਜ਼ਾਂ ਇਸ ਗੱਲ ਦਾ ਪ੍ਰਗਟਾਵਾ ਨੇ ਕਿ ਨਰਿੰਦਰ ਮੋਦੀ ਜੀ ਦਾ ਬੜਾ ਗੂੜਾ ਰਿਸ਼ਤਾ ਹੈ, ਬੜਾ ਦਿਲ ਦਾ ਰਿਸ਼ਤਾ ਹੈ ਸਿੱਖ ਸਮਾਜ ਨਾਲ। ਔਰ ਸਿਰਸਾ ਸਾਹਿਬ ਨੇ ਪਾਰਟੀ ਜੁਆਇਨ ਕਰਕੇ ਉਸ ਗੱਲ 'ਤੇ ਮੋਹਰ ਲਾਈ ਹੈ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਨਰਿੰਦਰ ਮੋਦੀ ਇੱਕ ਐਸਾ ਨੇਤਾ ਹੈ ਜਿਹੜਾ ਕਹਿੰਦਾ ਸਭ ਦਾ ਸਾਥ, ਸਭ ਦਾ ਵਿਕਾਸ, ਤੇ ਉਸ 'ਤੇ ਅਮਲ ਵੀ ਕਰਦਾ। ਔਰ ਖਾਸ ਕਰਕੇ ਜਿਹੜਾ ਉਹਨਾਂ ਦਾ ਪਿਆਰ ਹੈ ਸਿੱਖ ਸਮਾਜ ਨਾਲ, ਉਹਦੀ ਪ੍ਰੋੜਤਾ ਕੱਲ੍ਹ ਦੇ ਸਿਰਸਾ ਸਾਹਿਬ ਦੇ ਇਸ ਫੈਸਲੇ ਨਾਲ ਹੁੰਦੀ ਹੈ। ਪਰ ਚਰਚਾ ਤੁਹਾਡੇ ਬਾਰੇ ਇਹ ਕੀਤੀ ਜਾ ਰਹੀ ਹੈ, ਕਹਿੰਦੇ ਕਿ ਭਾਜਪਾ ਨੇ ਚੂੜੀਆਂ ਕੱਸ ਕੇ ਸਿਰਸਾ ਨੂੰ ਸ਼ਾਮਲ ਕੀਤਾ। ਸਿਰਸਾ ਨੂੰ ਕਹਿੰਦੇ ਡਰ ਬੜੇ ਸੀ, ਕਈ ਕੇਸ ਤੁਸੀਂ ਖੋਲ੍ਹਤੇ ਸੀ, ਸਿਰਸਾ ਨੂੰ ਅਰੈਸਟ ਕਰਨ ਦੀ ਤਿਆਰੀ ਸੀ, ਕਹਿੰਦੇ ਡੰਡੇ ਨਾਲ ਭਾਜਪਾ ਸਿਰਸਾ ਨੂੰ ਲੈ ਕੇ ਗਈ ਹੈ। ਕਿਉਂਕਿ ਇਹ ਚਰਚਾ ਇਸ ਕਰਕੇ ਸ਼ਰਮਾ ਜੀ ਛਿੜੀ ਹੈ ਕਿ ਪੰਜਾਬ ਦੇ ਪਾਰਟੀ ਦੇ ਪ੍ਰਧਾਨ ਨੂੰ ਵੀ ਇਸ ਗੱਲ ਦੀ ਭਿਣਕਣਾ ਪਵੇ ਕਿ ਸਿਰਸਾ ਜੀ ਭਾਜਪਾ 'ਚ ਜਾ ਰਹੇ ਆ। ਇਹ ਸੱਚਾਈ ਦੱਸੋ ਹੈ ਕੀ ਹੈ? ਦੋ ਤਰ੍ਹਾਂ ਦੀ ਚਰਚਾ, ਅਗਲੀ ਚਰਚਾ ਮੈਂ ਫੇਰ ਪੁੱਛੂੰਗਾ, ਪਰ ਪਹਿਲਾਂ ਸਭ ਤੋਂ ਜੀ ਇਹ ਚਰਚਾ ਜਿਹੜੀ ਚੱਲ ਰਹੀ ਹੈ ਕਿ ਸਿਰਸਾ ਨੂੰ ਤੁਸੀਂ ਕਿਤੇ ਨਾ ਕਿਤੇ ਥ੍ਰੈਟ ਕਰਕੇ ਭਾਜਪਾ 'ਚ ਸ਼ਾਮਲ ਕੀਤਾ। ਦੇਖੋ, ਮੈਂ ਸਮਝਦਾ ਸੋਢੀ ਸਾਹਿਬ ਕਿ ਬੜੀ ਮੰਦਭਾਗੀ ਗੱਲ ਹੈ ਔਰ ਮੈਨੂੰ ਬੜਾ ਦੁੱਖ ਹੋਇਆ ਕੱਲ੍ਹ ਅਕਾਲੀ ਦਲ ਦਾ ਬਿਆਨ ਸੁਣ ਕੇ। ਉਹ ਇਹ ਕਹਿ ਰਹੇ ਨੇ ਕਿ ਸਿਰਸਾ ਸਾਹਿਬ ਨੂੰ ਡਰਾਇਆ ਗਿਆ। ਸਿਰਸਾ ਸਾਹਿਬ, ਤੁਸੀਂ ਜਿਹੜੀ ਭਾਸ਼ਾ ਵਰਤ ਰਹੇ ਹੋ ਜੀ, ਕਿਆ ਸਿਰਸਾ ਸਾਹਿਬ ਨੇ ਕੋਈ ਗਲਤੀ ਕੀਤੀ ਹੈ? ਪਹਿਲੀ ਗੱਲ ਇਹ, ਕਿਆ ਸਿਰਸਾ ਸਾਹਿਬ ਦੇ ਕੁਝ ਐਸੀ ਚੀਜ਼ਾਂ ਹੈ ਜਿਹਦੇ ਨਾਲ ਉਹਨਾਂ ਨੂੰ ਡਰਾਇਆ ਜਾ ਸਕਦਾ ਹੈ? ਅਗਰ ਉਹ ਐਸੀਆਂ ਚੀਜ਼ਾਂ ਹੈ ਤਾਂ ਫਿਰ ਉਹ ਅਕਾਲੀ ਦਲ 'ਚ ਕਿਉਂ ਸੀ?
ਫਿਰ ਉਹ ਸੁਖਬੀਰ ਬਾਦਲ ਦੇ ਰਾਈਟ ਹੈਂਡ ਕਿਉਂ ਸੀ, ਫਿਰ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਉਂ ਪਰ ਸੀ। ਕਹਿੰਦੇ ਸਰਕਾਰ ਨੂੰ ਕੋਈ ਗਲਤੀਆਂ ਦੀ ਲੋੜ ਥੋੜਾ, ਸਰਕਾਰ ਤਾਂ ਗਲਤੀਆਂ ਪੈਦਾ ਕਰ ਲੈਂਦੀ ਹੈ। ਐਸਾ ਨਹੀਂ ਹੁੰਦਾ, ਐਸਾ ਨਹੀਂ ਹੁੰਦਾ। ਮੇਰਾ ਇਹ ਕਹਿਣਾ ਹੈ ਕਿ ਆਪਣੀਆਂ ਨਾਕਾਮੀਆਂ ਛੁਪਾਉਣ ਲਈ, ਦੇਖੋ ਇਹ ਸਿਰਸਾ ਸਾਹਿਬ ਨੂੰ ਸੰਭਾਲ ਨਹੀਂ ਸਕੇ, ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਦੀ ਲੋੜ ਹੈ ਬਾਦਲ ਪਰਿਵਾਰ ਨੂੰ ਕਿ ਕਿਉਂ ਅਕਾਲੀ ਦਲ ਦੇ ਅੰਦਰ ਲਗਾਤਾਰ ਫੁੱਟ ਪੈ ਰਹੀ ਹੈ, ਕਿਉਂ ਵੱਡੇ ਵੱਡੇ ਨੇਤਾ ਢੀਂਡਸਾ ਸਾਹਿਬ ਕਿਉਂ ਛੱਡ ਗਏ। ਢੀਂਡਸਾ ਸਾਹਿਬ ਤਾਂ ਬਹੁਤ ਵੱਡੇ ਨੇਤਾ ਸੀ ਨਾ, ਉਹ ਵੀ ਨਹੀਂ ਕਹਿੰਦੇ ਤੁਸੀਂ ਰੱਖੀ ਸੀ ਭਾਜਪਾ ਵਾਲਿਆਂ ਨੇ। ਮੇਰਾ ਉਹੀ ਕਹਿਣਾ ਨਾ, ਦੂਸ਼ਣਬਾਜ਼ੀ ਕਰਨ ਨਾਲੋਂ ਚੰਗਾ ਹੈ ਕਿ ਆਪਣੇ ਅੰਦਰ ਝਾਕਣਾ ਚਾਹੀਦਾ ਹੈ, ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ ਹੈ। ਬ੍ਰਹਮਪੁਰਾ ਸਾਹਿਬ ਕਿਉਂ ਛੱਡ ਗਏ, ਢੀਂਡਸਾ ਸਾਹਿਬ ਕਿਉਂ ਛੱਡ ਗਏ, ਮਨਪ੍ਰੀਤ ਬਾਦਲ ਤੇ ਆਪਣੇ ਘਰ ਦਾ ਬੱਚਾ ਸੀਗਾ, ਉਹ ਤਾਂ ਕਾਂਗਰਸ 'ਚ ਗਿਆ, ਬੀਜੇਪੀ 'ਚ ਨਹੀਂ ਆਇਆ, ਉਹ ਕਿਉਂ ਪਾਰਟੀ ਛੱਡ ਗਿਆ। ਜਾਂ ਅੱਜ ਸਿਰਸਾ ਸਾਹਿਬ ਕਿਉਂ ਛੱਡ ਗਏ, ਜਾਂ ਆਉਣ ਵਾਲੇ ਦਿਨਾਂ ਜਿਹੜੇ ਹੋਰ ਵੱਡੇ ਵੱਡੇ ਲੋਕ ਪਾਰਟੀ ਛੱਡਣ ਵਾਲੇ ਨੇ ਉਹ ਕਿਉਂ ਛੱਡ ਰਹੇ ਨੇ। ਅਸਲੀ ਮੁੱਦਾ ਇਹ ਹੈ ਕਿ ਪਾਰਟੀ ਨੂੰ ਪਰਿਵਾਰ ਦੀ ਜਗੀਰ ਬਣਾ ਲਿਆ ਆਪਾਂ। ਜਦੋਂ ਪਾਰਟੀਆਂ ਪਰਿਵਾਰ ਦੀ ਜਗੀਰਾਂ ਬਣ ਜਾਂਦੀਆਂ ਨੇ ਤੇ ਫਿਰ ਕੋਈ ਵੀ ਨੇਤਾ, ਉਹ ਚਾਹੇ ਕਿੰਨਾ ਵੀ ਕਰੀਬੀ ਕਿਉਂ ਨਾ, ਜਿਹਦੇ 'ਚ ਥੋੜਾ ਵੀ ਸਹਿਮਾਨ ਬਚਦਾ ਹੈ, ਉਹ ਅੱਜ ਨਹੀਂ ਤੇ ਕੱਲ ਐਸੇ ਫੈਸਲੇ ਲੈਂਦਾ ਹੀ ਹੈ। ਇਕੱਲਾ ਇੱਥੇ ਨਹੀਂ ਲੈ ਰਿਹਾ, ਦੇਸ਼ ਭਰ ਦੀ ਸਿਆਸਤ 'ਚ ਹੋ ਰਿਹਾ ਕਿ ਜਿਹੜੀਆਂ ਪਾਰਟੀਆਂ ਪਰਿਵਾਰਾਂ ਤੱਕ ਸੀਮਿਤ ਰਹਿ ਗਈਆਂ, ਉਹਨਾਂ ਪਾਰਟੀਆਂ ਦੇ ਜਿਹੜੇ ਦੂਸਰੇ ਨੇਤਾ ਸੀਗੇ, ਜਿਨ੍ਹਾਂ ਨੂੰ ਲੱਗਿਆ ਕਿ ਇੱਥੇ ਸਾਡੇ ਵਧਣ ਦੀ ਇੱਕ ਲਿਮਿਟ ਹੈ, ਉਹ ਹੌਲੀ ਹੌਲੀ ਉਹਨਾਂ ਪਾਰਟੀਆਂ ਤੋਂ ਕਿਨਾਰਾ ਕਰਦੇ ਗਏ। ਇਸ ਗੱਲ ਦੇ ਵਾਸਤੇ ਅਕਾਲੀ ਦਲ ਨੂੰ ਆਪਣੇ ਚਿੰਤਨ ਕਰਨ ਦੀ ਲੋੜ ਹੈ। ਪਰ ਡਾਕਟਰ ਸਾਹਿਬ, ਇਹ ਜਗੀਰ ਤੁਹਾਨੂੰ 10 ਸਾਲ ਕਿਉਂ ਨਹੀਂ ਦਿਸੀ, ਜਦੋਂ ਕਹਿੰਦੇ ਸੀ ਨੌਂ ਤੇ ਮਾਸ ਵਾਲਾ ਰਿਸ਼ਤਾ ਹੈ, ਬਾਦਲ ਸਾਹਿਬ ਹਿੰਦੂ ਤੇ ਸਿੱਖ ਭਾਈਚਾਰੇ ਏਕਤਾ ਦੇ ਪ੍ਰਤੀਕ ਹੈ, ਅੱਜ ਜਦੋਂ ਤੋੜ ਵਿਛੋੜਾ ਹੋ ਗਿਆ, ਹੁਣ ਹੀ ਕਿਉਂ ਲੱਗਦਾ ਤੁਹਾਨੂੰ? ਨਹੀਂ, ਤੁਹਾਡੀ ਬਿਲਕੁਲ ਸਵਾਲ ਵਾਜਿਬ ਹੈ, ਬਹੁਤ ਜਾਇਜ਼ ਸਵਾਲ ਹੈ। ਦੇਖੋ, ਜਿਹੜੀ 9 ਮਾਸ ਦੇ ਰਿਸ਼ਤੇ ਦੀ ਗੱਲ ਸੀ ਨਾ, ਬਿਲਕੁਲ ਜਾਇਜ਼ ਵੀ ਸੀ, ਅਸੀਂ ਕਹਿੰਦੇ ਵੀ ਸੀ, ਔਰ ਸ਼ਾਇਦ ਅਸੀਂ ਛੱਡਦੇ ਵੀ ਨਾ ਇਹਨਾਂ ਨੂੰ। ਮੈਂ ਤੁਹਾਨੂੰ ਬੜੀ ਸਪਸ਼ਟ ਗੱਲ ਇੱਥੇ ਕਹਿ ਰਿਹਾ। ਹਾਲਾਂਕਿ ਨਹੀਂ, ਉਹ ਛੱਡ ਕੇ ਗਏ ਤੁਹਾਨੂੰ। ਮੈਂ ਇਹੀ ਦੱਸ ਰਿਹਾ ਨਾ, ਪੰਜਾਬ ਦਾ ਸਾਡਾ ਕੈਡਰ, ਸਾਡੇ ਪਾਰਟੀ ਦੇ ਕਾਰਜਕਰਤਾ ਪਿਛਲੇ ਲੰਬੇ ਸਮੇਂ ਤੋਂ ਇਹ ਗੱਲ ਕਹਿ ਰਹੇ ਸੀ ਕਿ ਸਾਨੂੰ ਅਕਾਲੀ ਦਲ ਨੂੰ ਛੱਡ ਦੇਣਾ ਚਾਹੀਦਾ ਹੈ, ਕਿਉਂਕਿ ਜਿੰਨੀ ਪੋਲੀਟੀਕਲ ਸਪੇਸ ਸਾਨੂੰ ਚਾਹੀਦੀ ਸੀ ਐਜ਼ ਏ ਪਾਰਟੀ, ਜਿੰਨੀ ਸਾਡੀ ਤਾਕਤ ਸੀ, ਸਾਨੂੰ ਉਹਦੇ ਨਾਲੋਂ ਹਿੱਸੇਦਾਰੀ ਕਿਤੇ ਘੱਟ ਮਿਲਦੀ ਸੀ। ਬਹੁਤ ਸਾਰੇ ਸਾਡੇ ਕਾਰਜਕਰਤਾਵਾਂ ਨੂੰ ਸਰਕਾਰ 'ਚ ਵੀ ਅਪਮਾਨਿਤ ਹੋਣਾ ਪੈਂਦਾ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜੀ। ਲੇਕਿਨ ਉਹਦੇ ਬਾਵਜੂਦ ਅਸੀਂ ਇਸ ਰਿਸ਼ਤੇ ਨੂੰ ਨਿਭਾਇਆ। ਅਸੀਂ ਕਿਤੇ ਆਉਂਦਾ ਨਹੀਂ, ਤੁਸੀਂ ਸਿਆਸੀ ਤੌਰ ਤੇ ਪੰਜਾਬ 'ਚ ਮਜ਼ਬੂਤ ਨਹੀਂ ਸੀ, ਤੁਹਾਡੀ ਮਜਬੂਰੀ ਸੀ ਅਕਾਲੀਆਂ ਨਾਲ ਰਹਿਣਾ। ਐਸਾ ਅਸੀਂ ਮਜਬੂਰੀ ਵੀ ਨਹੀਂ ਸੀ। ਮੈਂ ਤੁਹਾਨੂੰ ਉਹਦੇ 2 ਉਦਾਹਰਨ ਦਿਆਂਗਾ। ਅਸੀਂ ਇਹ ਰਿਸ਼ਤਾ ਇਸ ਕਰਕੇ ਨਿਭਾ ਰਹੇ ਸੀ ਕਿਉਂਕਿ ਜਦੋਂ ਇਹ ਗਠਬੰਧਨ ਬਣਿਆ ਸੀ, ਗੱਠਜੋੜ ਬਣਿਆ ਸੀ, ਉਸ ਵੇਲੇ ਪੰਜਾਬ ਦੇ ਜੋ ਹਾਲਾਤ ਸੀ, ਉਹਨਾਂ ਹਾਲਾਤਾਂ 'ਚ ਇਹ ਪੋਲੀਟੀਕਲ ਗੱਠਜੋੜ ਨਾਲੋਂ ਜ਼ਿਆਦਾ ਇੱਕ ਸੋਸ਼ਲ ਗੱਠਜੋੜ ਸੀ, ਇੱਕ ਸੋਸ਼ਲ ਅਲਾਈਅੰਸ ਸੀਗਾ ਜੀ, ਪੰਜਾਬ ਦੇ ਏਕਤਾ ਲਈ, ਪੰਜਾਬ ਦੀ ਅਮਨ ਸ਼ਾਂਤੀ ਲਈ, ਪੰਜਾਬ ਦੇ ਭਾਈਚਾਰੇ ਲਈ। ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸੀਗੇ ਉਸ ਵੇਲੇ ਕੱਦਾਵਰ ਨੇਤਾ ਸੀਗੇ, ਔਰ ਇਸ ਕਰਕੇ ਪਾਰਟੀ ਨੇ ਉਹਨਾਂ ਨਾਲ ਅਲਾਈਅੰਸ ਕੀਤਾ। ਪੰਜਾਬ 'ਚ ਅਮਨ ਸ਼ਾਂਤੀ ਕਾਇਮ ਰਿਹਾ ਸੀ, ਉਹਦੀ ਪੋਲੀਟੀਕਲ ਕੀਮਤ ਵੀ ਚੁਕਾਈ। ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਤੁਸੀਂ ਮਜ਼ਬੂਤ ਨਹੀਂ ਸੀ, ਮੈਂ ਤੁਹਾਨੂੰ ਸਿਰਫ ਇੱਕੋ ਉਦਾਹਰਨ ਦੇਣੀ ਹੈ। 2007 ਜਦੋਂ ਇਲੈਕਸ਼ਨ ਹੋਏ, ਅਕਾਲੀ ਦਲ ਨੂੰ ਆਈਆਂ 48 ਸੀਟਾਂ, 48 ਜੀ, 94 ਲੜਕੇ, ਯਾਨੀ ਉਹਨਾਂ ਦੀ ਸਟ੍ਰਾਈਕ ਰੇਟ ਲਗਭਗ 55% ਸੀਗੀ ਜੀ। ਬੀਜੇਪੀ ਨੇ 23 ਸੀਟਾਂ ਲੜੀਆਂ ਔਰ 19 ਸੀਟਾਂ ਜਿੱਤੀਆਂ। ਸਾਡੀ ਸਟ੍ਰਾਈਕ ਰੇਟ ਲਗਭਗ 90% ਸੀਗੀ। ਔਰ ਕੈਪਟਨ ਅਮਰਿੰਦਰ ਨੇ, ਤੁਹਾਨੂੰ ਯਾਦ ਹੋਏਗਾ, ਔਨ ਰਿਕਾਰਡ ਕਿਹਾ ਸੀ ਕਿ ਆਈ ਲੌਸਟ ਟੂ ਬੀਜੇਪੀ, ਮੈਂ ਬੀਜੇਪੀ ਕੋਲੋਂ ਹਾਰਿਆ, ਅਕਾਲੀਆਂ ਨੂੰ ਤਾਂ ਮੈਂ ਸਮੇਟਤਾ ਸੀ। ਸੋ ਸਾਡੀ ਕੋਈ ਪੋਲੀਟੀਕਲ ਤਾਕਤ ਘੱਟ ਐਸਾ ਨਹੀਂ ਸੀ। ਤੁਸੀਂ ਇਹ ਦੇਖੋ, ਅਸੀਂ 23 ਸੀਟਾਂ ਚੋਂ 19 ਸੀਟਾਂ ਜਿੱਤੀਆਂ। ਸਰਕਾਰ ਸਾਡੇ ਉੱਤੇ ਡਿਪੈਂਡੈਂਟ ਸੀ, ਉਹਦੇ ਬਾਵਜੂਦ ਡਿਪਟੀ ਚੀਫ ਮਿਨਿਸਟਰ ਸੁਖਬੀਰ ਸਿੰਘ ਬਾਦਲ ਬਣੇ ਜੀ। ਇਸ ਕਰਕੇ ਮੈਂ ਉਸ ਗੱਲ 'ਚ ਨਹੀਂ ਜਾਣਾ ਚਾਹੁੰਦਾ। ਸਾਡਾ ਅਲਾਇੰਸ ਸੀ, ਉਸ ਅਲਾਇੰਸ ਨੇ ਪੰਜਾਬ ਦੀ ਬਹੁਤ ਭਲਾਈ ਵੀ ਕੀਤੀ ਹੈ, ਪੰਜਾਬ 'ਚ ਅਮਨ ਸ਼ਾਂਤੀ ਨੂੰ ਸਥਾਪਿਤ ਵੀ ਕੀਤਾ ਹੈ। 10 ਸਾਲ ਦੀ ਸਰਕਾਰ 'ਚ ਬਹੁਤ ਅੱਛੇ ਕੰਮ ਵੀ ਹੋਏ ਆ। ਪਰ ਹੁਣ ਅਮਨ ਸ਼ਾਂਤੀ ਕਿਵੇਂ ਬਹਾਲ ਹੋ? ਮੈਂ ਦੱਸਦਾ ਨਾ, ਵਿਕਾਸ ਦੇ ਕੰਮ ਵੀ ਹੋਏ ਆ। ਅਕਾਲੀ ਦਲ ਨੇ ਸਾਨੂੰ ਛੱਡਿਆ, ਪਹਿਲੀ ਗੱਲ ਇਹ, ਉਹ ਛੱਡ ਕੇ ਗਏ, ਉਹਨਾਂ ਨੇ ਆਪਣਾ ਰਸਤਾ ਲਿਆ ਹੈ, ਉਹਨਾਂ ਨੂੰ ਸ਼ੁਭ ਕਾਮਨਾਵਾਂ ਸਾਡੀਆਂ। ਹੁਣ ਭਾਰਤੀ ਜਨਤਾ ਪਾਰਟੀ ਆਪਣੇ ਪੈਰਾਂ ਤੇ ਖੜੀ ਹੋਏਗੀ ਪੰਜਾਬ 'ਚ। ਪਿੰਡ ਪਿੰਡ ਅਸੀਂ ਜਾ ਰਹੇ ਹਾਂ। ਅਸੀਂ ਸਾਰੀਆਂ 117 ਵਿਧਾਨ ਸਭਾ ਹਲਕਿਆਂ 'ਚ ਚੋਣਾਂ ਦੀ ਤਿਆਰੀ ਕਰ ਰਹੇ ਹਾਂ। ਮੈਂ ਅੱਜ ਵੀ ਇੱਥੇ ਜਲੰਧਰ ਆਇਆ ਤੇ 5 ਵਿਧਾਨ ਸਭਾ ਦੀਆਂ ਮੀਟਿੰਗਾਂ ਕਰਕੇ ਆਇਆ, ਨਕੋਦਰ, ਸ਼ਾਹਕੋਟ, ਫਿਲੌਰ, ਆਪਣਾ ਆਦਮਪੁਰ, ਇਹਨਾਂ ਦੀ ਮੀਟਿੰਗਾਂ ਕਰਕੇ ਆਇਆ ਮੈਂ। ਪ੍ਰਧਾਨ ਜੀ ਵੀ ਗਾ ਰਹੇ ਹਾਂ। ਅਸੀਂ ਪੰਜਾਬ 'ਚ ਬੀਜੇਪੀ ਨੂੰ ਆਪਣੇ ਪੈਰੀ ਖੜਾ ਕਰਨਾ ਹੈ, ਔਰ ਤੁਸੀਂ ਦੇਖੋਗੇ ਇਹਨਾਂ ਇਲੈਕਸ਼ਨਾਂ 'ਚ ਬੀਜੇਪੀ ਬਹੁਤ ਵੱਡੀ ਤਾਕਤ। ਪਰ ਅਕਾਲੀ ਇਸ ਗੱਲ ਕਰਕੇ ਸ਼ਰਮਾ ਜੀ ਆਪਣੀ ਪਿੱਠ ਆਪ ਥਾਪੜਦੇ ਆ। ਉਹ ਕਹਿੰਦੇ ਪਿੰਡਾਂ 'ਚ ਤਾਂ ਬੀਜੇਪੀ ਵਾਲ ਦਾ ਨਾਂ ਤੋਂ ਹੀ ਹੈ ਨਹੀਂ। ਆ ਤੁਸੀਂ ਕਾਨੂੰਨ ਵੀ ਕਹਿੰਦੇ ਭਾਵੇਂ ਵਾਪਸ ਕਰ ਲਿਆ, ਤੁਹਾਨੂੰ ਵੋਟਾਂ ਨਹੀਂ ਪੈਣੀਆਂ। ਇੱਕ ਤਰ੍ਹਾਂ ਦੀ ਇਹ ਵੀ ਚਰਚਾ ਛਿੜਦੀ ਹੈ, ਕਹਿੰਦੇ ਕਿ ਭਾਜਪਾ ਨਾਲ ਉਹ ਹੋ ਗਈ, ਕਹਿੰਦੇ ਵੀ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋਗੇ ਤੇ ਲਿੱਦ ਚੁੱਕਣੀ ਪਈ। ਕਹਿੰਦੇ ਵੀ ਕਾਨੂੰਨ ਭਾਵੇਂ ਵਾਪਸ ਹੋ ਗਏ ਆ, ਪਰ ਤੁਸੀਂ ਉਸ ਹਮਦਰਦੀ ਨੂੰ ਵੋਟ ਬੈਂਕ 'ਚ ਡਾਇਵਰਟ ਨਹੀਂ ਕਰ ਪਾਏ। ਪਿੰਡਾਂ ਵਾਲੇ ਹਾਲੇ ਵੀ ਤੁਹਾਨੂੰ ਵੋਟ ਨਹੀਂ ਪਾਉਣਗੇ। ਅਕਾਲੀ ਇਹ ਗੱਲ ਆਫ ਦਾ ਰਿਕਾਰਡ ਦਾਅਵੇ ਨਾਲ ਕਹਿੰਦੇ ਆ ਕਿ ਸਾਡਾ ਪਿੰਡਾਂ 'ਚ ਆਧਾਰ ਮਜ਼ਬੂਤ ਆ, ਨੋ ਡਾਊਟ। ਸ਼ਹਿਰੀ ਵੋਟਰ ਜਿਹੜਾ ਹੈਗਾ ਉਹ ਭਾਜਪਾ ਪ੍ਰਤੀ ਇਨਕਲਾਈਨ ਹੋ ਸਕਦਾ, ਪਰ ਉਹ ਕਹਿੰਦੇ ਪਿੰਡਾਂ 'ਚ ਸਾਡਾ ਪੂਰਾ ਕੌਨਫੀਡੈਂਸ ਹੈ। 2 ਸਵਾਲ ਮੇਰੇ ਇਕੱਠੇ ਆ।
ਇੱਕੋ ਕਹਿੰਦੇ ਪਿੰਡਾਂ 'ਚ ਆਧਾਰ ਨਹੀਂ, ਦੂਸਰਾ ਜਿਹੜੇ ਤੁਸੀਂ ਖੇਤੀ ਕਾਨੂੰਨ ਰੱਦ ਕੀਤੇ ਆ, ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹ ਸਿੰਪਥੀ ਵੋਟ ਬੈਂਕ 'ਚ ਡਾਇਵਰਟ ਕਰ ਪਾਓਗੇ? ਮੈਂ ਇਹਨਾਂ ਦੋਨਾਂ ਦਾ ਜਵਾਬ ਦਿੰਦਾ। ਦੇਖੋ, ਪਹਿਲੀ ਗੱਲ ਤੇ ਉਹ ਇਸ ਮੁਗਾਲਤੇ 'ਚ ਰਹਿਣ, ਖੁਸ਼ਫਹਿਮੀ 'ਚ ਰਹਿਣ, ਉਹਨਾਂ ਨੂੰ ਮੁਬਾਰਕ ਹੈ। ਉਹਨਾਂ ਦਾ ਆਪਣਾ ਪਿੰਡਾਂ 'ਚੋਂ ਆਧਾਰ ਬੁਰੀ ਤਰ੍ਹਾਂ ਖਿਸਕ ਚੁੱਕਿਆ ਹੈ। ਇਹ ਬਹੁਤ ਵੱਡੀ ਸੱਚਾਈ ਹੈ ਜੋ ਕੰਧ ਤੇ ਲਿਖੀ ਹੋਈ ਹੈ, ਰਾਈਟਿੰਗ ਔਨ ਦੀ ਵਾਲ ਹੈ ਕਿ ਅਕਾਲੀ ਦਲ ਦਾ ਜੋ ਟ੍ਰੈਡੀਸ਼ਨਲ ਵੋਟ ਸੀਗਾ, ਉਹਨਾਂ ਦਾ ਜਿਹੜਾ ਪੰਥਕ ਵੋਟ ਬੈਂਕ ਦਾ ਆਧਾਰ ਸੀ, ਕਿਸਾਨਾਂ ਦਾ ਆਧਾਰ ਸੀ, ਉਹ ਖਿਸਕ ਗਿਆ ਔਰ ਬੁਰੀ ਤਰ੍ਹਾਂ ਖਿਸਕਿਆ ਹੋਇਆ। ਇਸ ਗੱਲ ਦੀ ਉਹਨਾਂ ਨੂੰ ਵੀ ਸਮਝ ਹੈ। ਜਿੱਥੋਂ ਤੱਕ ਬੀਜੇਪੀ ਦੀ ਗੱਲ ਹੈ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ 'ਚ ਹਾਲੇ ਤੱਕ, ਕਿਉਂਕਿ ਅਸੀਂ ਸੀਟਾਂ ਹੀ 23 ਲੜਦੇ ਸੀ, ਅਸੀਂ ਗੱਠਜੋੜ 'ਚ ਸੀਗੇ, ਸਾਡਾ ਪਿੰਡਾਂ 'ਚ ਆਧਾਰ ਉਹਨਾਂ ਮਜ਼ਬੂਤ ਨਹੀਂ ਸੀਗਾ। ਇਹਦੇ 'ਚ ਕੋਈ ਮੈਨੂੰ ਮੰਨਣ 'ਚ ਗੁਰੇਜ਼ ਨਹੀਂ ਹੈ। ਤੁਹਾਡਾ ਕੇਡਰ ਨਹੀਂ ਹੈਗਾ ਸੀ ਉੱਥੇ? ਕੈਡਰ ਨਹੀਂ ਸੀ, ਕਿਉਂਕਿ ਅਸੀਂ ਚੋਣਾਂ ਨਹੀਂ ਲੜ ਰਹੇ, ਸੰਗਠਨ ਸੀਗਾ, ਸਾਡੇ ਮੰਡਲ ਬਣੇ ਹੋਏ ਸੀ ਔਰ ਹਰ ਵਿਧਾਨ ਤੁਹਾਡੀਆਂ ਬੰਦਿਸ਼ਾਂ ਸੀ, ਤੁਸੀਂ ਅਕਾਲੀ ਦਲ ਕਰਕੇ ਜਾ ਵੀ ਨਹੀਂ ਸਕਦੇ ਸੀ। ਹਰ ਵਿਧਾਨ ਸਭਾ 'ਚ ਮੈਂ ਤੁਹਾਨੂੰ ਅੱਜ ਦੀ ਗੱਲ ਦੱਸਦੇ ਹਾਂ, ਅਗਰ ਤੁਸੀਂ 2012 ਦੀ ਜਿੱਤ ਦੇਖੋਗੇ ਤੇ ਅਕਾਲੀ ਦਲ ਦੀਆਂ 20 ਸੀਟਾਂ ਐਸੀਆਂ ਨੇ ਜਿਹੜੀਆਂ ਉਹ ਜਿੱਤ ਕੇ ਆਏ ਸੀ, ਜਿੱਥੇ ਉਹਨਾਂ ਦੀ ਜਿੱਤ ਦਾ ਮਾਰਜਨ 2000 ਸੀ। ਉਹਨਾਂ ਸਾਰੇ ਹਲਕਿਆਂ 'ਚ ਬੀਜੇਪੀ ਦੀ 8000 ਤੋਂ ਲੈ ਕੇ 15000 ਵੋਟ ਅਕਾਲੀ ਦਲ ਦੇ ਹਲਕਿਆਂ 'ਚ ਵੀ ਸੀ ਜੀ। ਸਾਡੀ ਵੋਟ ਆ ਸਭ ਜਗ੍ਹਾ, ਸਾਡਾ ਮੰਡਲ ਸਤਰ ਤੱਕ ਦਾ ਗਠਨ ਸੀ, ਲੇਕਿਨ ਠੀਕ ਹੈ ਉਹਨੇ ਮਜ਼ਬੂਤ ਨਹੀਂ ਸੀ। ਲੇਕਿਨ ਹੁਣ ਜਿਸ ਤਰੀਕਾ ਨਾਲ ਬੀਜੇਪੀ ਨੂੰ ਉਤਸ਼ਾਹ ਮਿਲ ਰਿਹਾ ਹੈ, ਸਮਰਥਨ ਮਿਲ ਰਿਹਾ ਹੈ, ਉਹ ਠੀਕ ਹੈ। ਇੱਕ ਅੰਦੋਲਨ ਕਰਕੇ ਸਾਡਾ ਵਿਰੋਧ ਸੀ, ਹੋਇਆ ਵੀ ਹੈ, ਬਹੁਤ ਜਗ੍ਹਾ ਸਾਨੂੰ ਦਿੱਕਤਾਂ ਵੀ ਆਈਆਂ ਪ੍ਰੋਗਰਾਮ ਕਰਨ 'ਚ, ਐਕਟੀਵਿਟੀ ਕਰਨ 'ਚ, ਮੂਵਮੈਂਟ ਕਰਨ 'ਚ, ਲੇਕਿਨ ਸਮਰਥਨ ਵੀ ਮਿਲ ਰਿਹਾ ਸੀ। ਪਿਛਲੇ 8 ਮਹੀਨੇ 'ਚ 5400 ਤੋਂ ਵੱਧ ਵੱਡੇ ਨੇਤਾ, ਸਮਾਜਿਕ ਨੇਤਾ, ਸੋਸ਼ਲ ਲੀਡਰ, ਐਸਸੀ ਸਮਾਜ ਦੇ, ਓਬੀਸੀ ਸਮਾਜ ਦੇ, ਜੱਟ ਸਿੱਖ ਸਮਾਜ ਦੇ, ਉਹ ਪਾਰਟੀ 'ਚ ਆਏ। ਔਰ ਹੁਣ ਜਦੋਂ ਕਿ ਇਹ ਅੰਦੋਲਨ ਵਾਪਿਸ ਹੋ ਰਿਹਾ ਹੈ, ਮੋਦੀ ਸਾਹਿਬ ਨੇ ਕਾਨੂੰਨ ਵਾਪਿਸ ਲੈ ਰਹੇ ਨੇ, ਜਨਤਾ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਮੈਂ ਤੁਹਾਨੂੰ ਅੱਜ ਇਹ ਗੱਲ ਦਾਅਵੇ ਨਾਲ ਕਹਿ ਕੇ ਜਾ ਰਿਹਾ ਕਿ ਪਿੰਡਾਂ 'ਚ ਸ਼ਹਿਰਾਂ ਨਾਲੋਂ ਜ਼ਿਆਦਾ ਸਮਰਥਨ ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਮਿਲਣ ਵਾਲਾ। ਲੋਕ ਹੈਰਾਨ ਹੋ ਜਾਣਗੇ, ਪੋਲੀਟੀਕਲ ਵਿਸ਼ਲੇਸ਼ਕ ਹੈਰਾਨ ਹੋ ਜਾਣਗੇ। ਜਦੋਂ ਮੈਂ ਗੱਲ ਕਹਿ ਰਿਹਾ ਉਹਦੇ ਪਿੱਛੇ 2 ਵੱਡੇ ਕਾਰਨ ਹੈ ਜੀ। ਕਿਹੜੇ ਜੀ? ਇੱਕ ਕਾਰਨ ਤੁਹਾਨੂੰ ਮੈਂ ਪਹਿਲਾਂ ਹੀ ਗਿਣਾਇਆ ਹੈ ਕਿ ਲੋਕਾਂ ਨੂੰ ਇਹ ਲੱਗਦਾ ਹੈ ਸਾਡੇ ਖਿਲਾਫ ਇੱਕੋ ਇਸ਼ੂ ਸੀ, ਕਿਸਾਨੀ ਕਾਨੂੰਨਾਂ ਦਾ ਪਿੰਡਾਂ 'ਚ, ਇਸ ਤੋਂ ਇਲਾਵਾ ਸਾਡੇ ਖਿਲਾਫ ਕੋਈ ਇਸ਼ੂ ਨਹੀਂ ਹੈ ਪਿੰਡਾਂ 'ਚ। ਬਾਕੀ ਜਿੰਨੇ ਇਸ਼ੂ ਸੀ, ਚਾਹੇ 1984 ਦੇ ਦੰਗਾ ਪੀੜਤਾਂ ਨੂੰ ਸਜ਼ਾਵਾਂ ਦੇਣ ਦੀ ਗੱਲ ਸੀ, ਜਿੰਨੇ ਮੈਂ ਤੁਹਾਨੂੰ ਇਸ਼ੂ ਗਿਣਾਏ, ਉਹ ਤੁਸੀਂ ਕਹਿਤੇ ਸਾਰੇ। ਹਾਂ, ਦੂਸਰਾ ਇਸ਼ੂ ਜਿਹੜਾ ਹੈ ਪੰਜਾਬ 'ਚ ਲੋਕਾਂ ਨੂੰ ਇੱਕ ਫੀਲਿੰਗ ਹੈ, ਉਹ ਫੀਲਿੰਗ ਇਹ ਹੈ ਕਿ ਪੰਜਾਬ ਮਾਫੀਆ ਰਾਜ ਚੱਲ ਰਿਹਾ ਹੈ ਔਰ ਇਹ ਮਾਫੀਆ ਰਾਜ ਪਿਛਲੇ ਕੁਝ ਸਾਲਾਂ 'ਚ ਬੜਾ ਮਜ਼ਬੂਤ ਹੋਇਆ ਹੈ। ਕਾਂਗਰਸ ਤੋਂ ਲੋਕਾਂ ਨੂੰ ਉਮੀਦ ਸੀ, ਜਦੋਂ ਵੋਟਾਂ ਪਾਈਆਂ, ਲੋਕਾਂ ਨੇ ਵੋਟ ਪਾਈ ਸੀ ਕਿ ਨਸ਼ਾ ਮੁਕਤ ਪੰਜਾਬ ਲਈ। ਸ਼ਰਮਾ ਜੀ, ਮਾਫ ਕਰ, ਮੈਂ ਇੱਕ ਮਿੰਟ ਕਰ, ਤੁਹਾਡੇ ਤੇ ਵੀ ਇਤਰਾਜ਼ ਆ ਲੋਕਾਂ ਨੂੰ, ਤੁਸੀਂ ਮਾਫੀਆ ਰਾਜ ਦੀ ਗੱਲ ਕੀਤੀ ਹੈ। ਲੋਕ ਇਹ ਵੀ ਇਤਰਾਜ਼ ਕਰਦੇ ਆ, ਕਹਿੰਦੇ ਤੁਹਾਡੀ ਭਾਈਵਾਲੀ ਰਹੀ ਹੈ, ਭਾਜਪਾ ਕਿਉਂ ਨਹੀਂ ਬੋਲੀ? ਤੁਹਾਡੇ ਪੰਜਾਬ ਦੇ ਲੀਡਰ ਇਸ ਗੱਲ ਤੋਂ ਤੰਗ ਵੀ ਰਹੇ। ਉਹ ਆਫ ਦਾ ਰਿਕਾਰਡ ਪੱਤਰਕਾਰਾਂ ਦੇ ਕੋਲ ਵੀ ਕਹਿੰਦੇ ਸੀ ਕਿ ਸਾਡੇ ਤਾਂ ਨਾਂ ਲੱਗ ਰਿਹਾ, ਕਰਦੇ ਤਾਂ ਅਕਾਲੀ ਹੈ। ਤੁਹਾਡੇ ਤੇ ਇਹ ਵੀ ਜਿਹੜਾ ਰੰਜ ਹੈਗਾ, ਇਹ ਤੇ ਲੋਕਾਂ ਨੂੰ ਜਸਟੀਫਾਈ ਤੁਸੀਂ ਕਿਵੇਂ ਕਰੋਗੇ? ਅਸੀਂ ਉਦੋਂ ਵੀ ਬੋਲਦੇ ਰਹੇ, ਲੇਕਿਨ ਉਹ ਠੀਕ ਹੈ। ਤੁਸੀਂ ਅਗਰ ਪੁਰਾਣੀਆਂ ਸਾਡੀਆਂ ਇੰਟਰਵਿਊਜ਼ ਕਹਿ ਕੇ ਦੇਖੋ ਤੇ ਸਾਡੇ ਬਹੁਤ ਸਾਰੇ ਨੇਤਾਵਾਂ ਨੇ ਸਮੇਂ-ਸਮੇਂ ਤੇ ਆਵਾਜ਼ ਉਠਾਈ, ਕੈਬਨਿਟ 'ਚ ਵੀ ਬੋਲੇ, ਲੋਕਾਂ 'ਚ ਵੀ ਬੋਲੇ। ਮੈਂ ਖੁਦ ਮਦਨ ਮੋਹਨ ਮਿੱਤਲ ਹੋਰਾਂ ਨੂੰ ਮਿਲਿਆ, ਮਾਸਟਰ ਮੋਹਨ ਨੂੰ ਮਿਲਿਆ, ਮਨੋਰੰਜਨ ਕਾਲੀਆ ਨੂੰ ਮਿਲਿਆ, ਉਹ ਕਹਿੰਦੇ ਕਿ ਅਸੀਂ ਬਹੁਤ ਵਾਰ ਕਿਹਾ, ਸੈਂਟਰ ਮੰਨਦੀ ਨਹੀਂ ਸਾਡੀ ਗੱਲ, ਬਹੁਤ ਵਾਰ ਕਿਹਾ, ਅਸੀਂ ਬੋਲੇ, ਅਸੀਂ ਪਬਲਿਕ ਪਲੇਟਫਾਰਮ ਤੇ ਵੀ ਬੋਲੇ, ਲੇਕਿਨ ਕਿਉਂਕਿ ਅਸੀਂ ਗੱਠਜੋੜ ਸੀ ਔਰ ਸਾਡੀ ਪਾਰਟੀ ਇੱਕ ਐਸੀ ਪਾਰਟੀ ਹੈ ਜਿਹੜੀ ਹਮੇਸ਼ਾ ਗੱਠਜੋੜ ਦੇ ਧਰਮ ਨੂੰ ਨਿਭਾਉਂਦੀ ਹੈ। ਅਸੀਂ ਕਦੀ ਵੀ ਬਿਲੋ ਦੀ ਬੈਲਟ ਨਹੀਂ ਗਏ, ਕਦੀ ਵੀ ਅਸੀਂ ਲਾਈਨ ਨੂੰ ਕ੍ਰਾਸ ਨਹੀਂ ਕੀਤਾ। ਉਹ ਠੀਕ ਹੈ ਕਿ ਸਾਡੇ ਸਾਹਮਣੇ ਇੱਕ ਸੰਕਟ ਸੀ, ਇੱਕ ਸੰਕਟ ਇਹ ਸੀ ਕਿ ਗੱਠਜੋੜ ਬਣਾ ਕੇ ਰੱਖਣਾ ਹੈ ਪੰਜਾਬ ਦੇ ਅਮਨ ਸ਼ਾਂਤੀ ਭਾਈਚਾਰੇ ਲਈ, ਡਿਵੈਲਪਮੈਂਟ ਲਈ, ਕਿਉਂਕਿ ਕਾਂਗਰਸ ਜਿਹੜੀ ਹੈ, ਸਾਡਾ ਇਹ ਮੰਨਣਾ ਹੈ, ਪਹਿਲਾਂ ਵੀ ਇਹ ਮੰਨਣਾ ਸੀ, ਅੱਜ ਵੀ ਇਹ ਮੰਨਣਾ ਹੈ ਕਿ ਕਾਂਗਰਸ ਜਿਹੜੀ ਹੈ ਹਮੇਸ਼ਾ ਡਿਵਾਈਸਿਵ ਫੋਰਸਸ ਨੂੰ ਪ੍ਰਮੋਟ ਕਰਦੀ ਰਹੀ ਹੈ। ਆਪਣੇ ਪੋਲੀਟੀਕਲ ਇੰਟਰਸਟ ਲਈ, ਰਾਜਨੀਤਿਕ ਮੁਫਾਦਾਂ ਲਈ ਹਮੇਸ਼ਾ ਉਹਨਾਂ ਦੀ ਕੋਸ਼ਿਸ਼ ਰਹੀ ਹੈ ਕਿ ਪੰਜਾਬ ਦੇ ਭਾਈਚਾਰੇ ਨੂੰ ਤੋੜ ਕੇ ਰੱਖੋ, ਪੰਜਾਬ 'ਚ ਐਸੀਆਂ ਸ਼ਕਤੀਆਂ ਨੂੰ ਜਿਹਨੂੰ ਕਹਿ ਲਓ ਕਿ ਬਲ ਦੇ ਕੇ ਰੱਖੋ। ਇਸ ਕਰਕੇ ਕਾਂਗਰਸ ਨੂੰ ਰੋਕਣ ਲਈ ਅਸੀਂ ਰਹੇ, ਸਾਡੀ ਇੱਕ ਮਜਬੂਰੀ ਵੀ ਸੀ, ਪੋਲੀਟੀਕਲ ਮਜਬੂਰੀ ਵੀ ਕਹਿ ਲਓ ਇੱਕ ਵੀ, ਲੇਕਿਨ ਅਸੀਂ ਬੋਲਦੇ ਰਹੇ ਹਾਂ ਉਦੋਂ ਵੀ। ਲੇਕਿਨ ਮੈਂ ਜਿਹੜੀ ਗੱਲ ਤੇ ਆ ਰਿਹਾ ਕਿ ਉਹ ਜਿਹੜਾ ਮਾਫੀਆ ਰਾਜ ਚੱਲ ਰਿਹਾ ਸੀ, ਕਾਂਗਰਸ ਨੇ ਉਸ ਮਾਫੀਆ ਰਾਜ ਨੂੰ ਮਜ਼ਬੂਤ ਕੀਤਾ, ਖਤਮ ਨਹੀਂ ਕੀਤਾ, ਮਜ਼ਬੂਤ ਕੀਤਾ। ਮੈਂ ਕਹਿ ਰਿਹਾ ਖਤਮ ਕਰਨਾ ਤੇ ਬੜੀ ਦੂਰ ਦੀ ਗੱਲ ਹੈ, ਸਟਰੈਂਥਨ ਕੀਤਾ, ਇੰਸਟੀਟਿਊਸ਼ਨਲਾਈਜ਼ ਕੀਤਾ ਔਰ ਉਹ ਇੱਕ ਵਿਅਕਤੀ ਨੂੰ ਹਟਾ ਦੇਣ ਨਾਲ ਉਹ ਖਤਮ ਨਹੀਂ ਹੋ ਗਿਆ, ਕਿਉਂਕਿ ਮਾਫੀਆ ਰਾਜ ਚਲਾਉਣ ਵਾਲੇ ਲੋਕ ਅੱਜ ਵੀ ਸਰਕਾਰ 'ਚ ਨੇ, ਅੱਜ ਵੀ ਐਮਐਲਏਆਂ ਦੀ ਕੁਰਸੀ ਤੇ ਬੈਠੇ ਨੇ, ਅੱਜ ਵੀ ਮਿਨਿਸਟਰਾਂ ਦੀ ਕੁਰਸੀ ਤੇ ਨੇ। ਉਹ ਬੇਸਿਕਲੀ ਪਾਰਟੀ ਦਾ ਕਲਚਰ ਹੈ, ਤੁਸੀਂ ਵਿਅਕਤੀਆਂ ਨੂੰ ਹਟਾ ਕੇ ਉਸ ਕਲਚਰ ਨੂੰ ਬਦਲ ਨਹੀਂ ਸਕਦੇ। ਉਹ ਕਾਂਗਰਸ ਦਾ ਕਲਚਰ ਹੈ। ਮੈਂ ਕਹਿੰਦਾ ਚੰਨੀ ਸਾਹਿਬ ਨੂੰ ਬਦਲ ਕੇ ਸਿੱਧੂ ਸਾਹਿਬ ਨੂੰ ਬਣਾ ਦਿਓ ਤਾਂ ਵੀ ਉਹ ਚੱਲਦਾ ਰਹੇਗਾ, ਜੋ ਮਰਜ਼ੀ ਸਿੱਧੂ ਸਾਹਿਬ ਅੱਜ ਕਹੀ ਜਾਣ। ਇਸ ਕਰਕੇ ਉਸ ਕਲਚਰ ਤੋਂ ਲੋਕ ਦੁਖੀ ਨੇ ਪਿੰਡਾਂ 'ਚ। ਉਹਨਾਂ ਨੂੰ ਲੱਗ ਰਿਹਾ ਹੈ ਕਿ ਯਾਰ ਬੀਜੇਪੀ ਜਿਹੜੀ ਹੈ, ਅਸੀਂ ਸੈਂਟਰ 'ਚ ਦੇਖੀ 7 ਸਾਲ ਤੋਂ ਸਰਕਾਰ ਚੱਲ ਰਹੀ ਹੈ, ਕੋਈ ਕੁਝ ਵੀ ਕਹਿ ਦੇ, ਲੇਕਿਨ ਮੋਦੀ ਸਾਹਿਬ ਦੀ ਸਰਕਾਰ ਦੀ ਇਮਾਨਦਾਰੀ ਤੇ ਕੋਈ ਕੁਐਸਚਨ ਨਹੀਂ ਲਾ ਸਕਦਾ। 7 ਸਾਲ ਹੋ ਗਏ, ਸਟੇਟਾਂ 'ਚ ਸਰਕਾਰਾਂ ਚੱਲ ਰਹੀਆਂ, ਸਾਡੇ ਆਸ-ਪਾਸ ਦੇਖੋ ਹਰਿਆਣੇ 'ਚ ਸਰਕਾਰ ਹੈ, ਸਾਡੇ ਆਸ-ਪਾਸ ਤੁਸੀਂ ਦੇਖੋਗੇ ਹਿਮਾਚਲ 'ਚ ਸਰਕਾਰ, ਯੂਪੀ ਦੀ ਸਰਕਾਰ ਦੇਖੋ। ਯੂਪੀ ਮੈਂ ਤੁਹਾਨੂੰ ਇਸ ਕਰਕੇ ਕਹਿ ਰਿਹਾ, ਯੂਪੀ ਨੂੰ ਕਦੀ ਬਿਮਾਰੂ ਸਟੇਟ ਮੰਨਦੇ ਸੀ, ਅੱਜ ਪੰਜਾਬ ਦੇ ਇੰਡਸਟਰੀਅਲਿਸਟ ਇਕੱਠੇ ਹੋ ਕੇ ਯੋਗੀ ਸਾਹਿਬ ਕੋਲ ਜਾਂਦੇ ਨੇ ਕਿ ਭਾਈ ਸਾਹਿਬ ਸਾਨੂੰ ਇੱਥੇ ਇੰਡਸਟਰੀ ਲਾਉਣ ਲਈ ਜਗ੍ਹਾ ਦੇ ਦਿਓ, ਅਸੀਂ ਪੰਜਾਬ ਤੋਂ ਇੰਡਸਟਰੀ ਸ਼ਿਫਟ ਕਰਨਾ ਚਾਹੁੰਦੇ ਹਾਂ। ਪੰਜਾਬ ਦੇ ਲੋਕ ਦੇਖ ਰਹੇ ਨੇ। ਚਰਚਾ ਇਹ ਵੀ ਹੈ, ਕਹਿੰਦੇ ਤੁਸੀਂ ਡਰਦਿਆਂ ਨੇ ਹਿਮਾਚਲ 'ਚ ਤੁਹਾਨੂੰ ਝਟਕਾ ਲੱਗਿਆ,
ਯੂਪੀ ਦਾ ਇਲੈਕਸ਼ਨ ਆ ਰਿਹਾ ਸੀ, ਤੁਸੀਂ ਇਸ ਕਰਕੇ ਡਰਦਿਆਂ ਨੇ ਕਿ ਡਰ ਦੇ ਇਸ ਪੱਖੋਂ ਤੁਸੀਂ ਕਾਨੂੰਨ ਜਿਹੜੇ ਔਰ ਅਪੀਲ ਕੀਤੇ। ਦੇਖੋ ਵਿਰੋਧੀ ਕੋਈ ਵੀ ਕੁਝ ਕਹੀ ਜਾਣ, ਅਲਟੀਮੇਟਲੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਜੋ ਸੰਬੋਧਨ ਹੈ, ਜੋ ਉਹਨਾਂ ਨੇ ਗੁਰਪੁਰਬ ਵਾਲੇ ਦਿਨ ਕੀਤਾ, ਬੜਾ ਪਵਿੱਤਰ ਦਿਹਾੜਾ ਉਹਨਾਂ ਨੇ ਚੁਣਿਆ ਗੁਰੂ ਸਾਹਿਬ ਦੇ ਪ੍ਰਕਾਸ਼ ਪਰਵ ਦਾ, ਜੋ ਉਹਨਾਂ ਦੇ ਸ਼ਬਦ ਸੀ, ਇੱਕ ਇੱਕ ਸ਼ਬਦ ਸੁਣ ਲਓ, ਉਹਨਾਂ ਸ਼ਬਦਾਂ ਦਾ ਦੇਸ਼ ਦੀ ਜਨਤਾ ਦੇ ਮਨ ਤੇ, ਪੰਜਾਬ ਦੀ ਜਨਤਾ ਦੇ ਮਨ ਤੇ ਜੋ ਅਸਰ ਹੋਇਆ ਹੈ, ਇਹ ਹੁਣ ਜੋ ਮਰਜ਼ੀ ਕਹੀ ਜਾਣ, ਉਹ ਅਸਰ ਹੋਇਆ ਹੈ। ਲੋਕਾਂ ਨੇ ਆਪਣੇ ਪ੍ਰਧਾਨ ਮੰਤਰੀ ਦੀ ਗੱਲ ਨੂੰ ਸੁਣਿਆ ਹੈ, ਮੰਨਿਆ ਹੈ। ਕਿਉਂ ਮੰਨਿਆ ਹੈ? ਕਿਉਂਕਿ ਜੋ ਸ਼ਬਦ ਮੋਦੀ ਕੋਈ ਸ਼ਬਦਾਂ ਦੇ ਕਿਉਂ ਮੰਨਦਾ ਹੈ? ਜਦੋਂ ਸ਼ਬਦਾਂ ਦੇ ਪਿੱਛੇ ਤਪੱਸਿਆ ਹੁੰਦੀ ਹੈ, ਜਦੋਂ ਸ਼ਬਦਾਂ ਦੇ ਪਿੱਛੇ ਐਕਸ਼ਨਸ ਹੁੰਦੇ ਆ, ਲੋਕਾਂ ਨੂੰ ਲੱਗਿਆ ਨਹੀਂ ਯਾਰ ਇਹ ਪ੍ਰਧਾਨ ਮੰਤਰੀ ਸੱਚ। ਬੇਸ਼ੱਕ ਤੁਸੀਂ ਇਹ ਕੰਮ ਕਰਕੇ ਪੰਜਾਬ ਦੇ ਸਿੱਖਾਂ ਨੂੰ ਜਾਂ ਪੰਜਾਬ ਦੇ ਕਿਸਾਨਾਂ ਨੂੰ ਜਾਂ ਦੇਸ਼ ਭਰ ਦੇ ਕਿਸਾਨਾਂ ਨੂੰ ਤੁਸੀਂ ਆਪਣੇ ਪ੍ਰਤੀ ਸਿੰਪੈਥਾਈਜ਼ ਕੀਤਾ ਹੈ, ਕੋਈ ਸ਼ੱਕ ਨਹੀਂ। ਪਰ ਡਾਕਟਰ ਸਾਹਿਬ, ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਆਪਣਾ ਵੋਟਰ ਨਾਰਾਜ਼ ਕੀਤਾ ਹੈ? ਕਿਉਂਕਿ ਜਿਹਦੇ ਜ਼ਿਹਨ ਦੇ ਅੰਦਰ ਇਹ ਧਾਰਨਾ ਬਣਾ ਦਿੱਤੀ ਗਈ ਸੀ ਕਿ ਇਹ ਤਾਂ ਮੁੱਠੀ ਭਰ ਲੋਕ ਹੈਗੇ ਆ, ਇਹ ਤਾਂ ਖਾਲਿਸਤਾਨੀ ਹੋ ਸਕਦੇ ਆ, ਇਹ ਪਾਕਿਸਤਾਨੀ ਪ੍ਰੋਮਪਟਡ ਹੋ ਸਕਦੇ ਆ, ਤੁਹਾਨੂੰ ਲੱਗਦਾ ਨਹੀਂ ਜਿਹੜਾ ਨੈਰੇਟਿਵ ਖੜਾ ਕੀਤਾ ਗਿਆ ਸਰਕਾਰ ਦੇ ਵੱਲੋਂ, ਉਸੇ ਨੈਰੇਟਿਵ ਦੇ ਆਪੋਜ਼ਿਟ ਜਾ ਕੇ ਜਿਹੜਾ ਤੁਸੀਂ ਸਟੈਂਡ ਲਿਆ, ਬੇਸ਼ੱਕ ਉਹ ਕਿਸਾਨਾਂ ਦੇ ਹਿੱਤ 'ਚ ਸੀ, ਪਰ ਤੁਹਾਡਾ ਵੋਟਰ ਕਿਤੇ ਨਾ ਕਿਤੇ ਇਸ ਗੱਲ ਤੇ ਨਾਰਾਜ਼ ਹੋਇਆ? ਨਹੀਂ, ਮੈਂ ਨਹੀਂ ਇਹ ਸਮਝਦਾ, ਕਿਉਂਕਿ ਮੈਂ ਦੇਖੋ, ਮੈਂ ਤੁਹਾਨੂੰ ਕੋਈ ਥਿਊਰੀ ਨਹੀਂ ਦੱਸ ਰਿਹਾ। ਇਸ ਫੈਸਲੇ ਹੋਣ ਤੋਂ ਬਾਅਦ ਮੈਂ ਪਿਛਲੇ 15 ਦਿਨ 'ਚ ਲਗਭਗ 38 ਵਿਧਾਨ ਸਭਾਵਾਂ ਦਾ ਦੌਰਾ ਕਰਕੇ ਆਇਆ, 38 ਅਸੈਂਬਲੀ ਸੈਗਮੈਂਟਸ ਦਾ। ਉੱਥੇ ਮੈਂ ਆਪਣੇ ਬੂਥ ਸਤਰ ਦੇ ਵਰਕਰ ਨਾਲ ਗੱਲਬਾਤ ਕਰਕੇ ਆਇਆ, 3-3 ਘੰਟੇ ਦੀ ਮੀਟਿੰਗ 'ਚ ਉਹਨਾਂ ਦੀ ਗੱਲ ਸੁਣੀ ਹੈ। ਖੁਸ਼ ਨੇ ਇਸ ਫੈਸਲੇ ਤੋਂ? ਉਹ ਬਿਲਕੁਲ, ਉਹ ਤੁਹਾਡੇ ਵਾਲਾ ਸਵਾਲ ਉਹਨਾਂ ਨੂੰ ਪੁੱਛਿਆ ਹੈ ਕਿ ਤੁਸੀਂ ਕੀ ਸੋਚ ਰਹੇ ਹੋ। 99.9% ਲੋਕ, ਮਤਲਬ ਜੇ 150 ਲੋਕਾਂ ਦੀ ਮੀਟਿੰਗ ਹੈ ਤੇ ਕਿਤੇ ਇੱਕ ਅੱਧੇ ਨੇ ਥੋੜਾ ਬਹੁਤ ਜ਼ਰੂਰ ਕਿਹਾ ਹੋਏਗਾ ਕਿ ਕੁਛ ਹੋਏਗਾ, ਲੇਕਿਨ ਮੈਜੋਰਿਟੀ ਲੋਕਾਂ ਨੇ ਕਿਹਾ ਬਹੁਤ ਅੱਛਾ ਫੈਸਲਾ ਸੀ, ਅਸੀਂ ਬੜੇ ਖੁਸ਼ ਹਾਂ, ਸਾਨੂੰ ਲੋਕ ਵਧਾਈਆਂ ਦੇ ਰਹੇ ਹੈ, ਸਾਨੂੰ ਲੋਕ ਸਰੋਪੇ ਪਾ ਕੇ ਸਨਮਾਨਿਤ ਕਰ ਰਹੇ हैं, ਜਿਹੜੇ ਸਾਡਾ ਵਿਰੋਧ ਕਰ ਰਹੇ ਸੀ ਸਾਨੂੰ ਲੱਡੂ ਖਿਲਾ ਰਹੇ ਹੈ, ਪੰਜਾਬ ਦੀ ਭਾਈਚਾਰੇ ਲਈ ਬਹੁਤ ਅੱਛੀ ਗੱਲ ਹੋਈ ਹੈ। ਤੁਸੀਂ ਇਹ ਦੇਖੋ, ਜਥੇਦਾਰ ਸਾਹਿਬ ਦਾ ਬਿਆਨ ਆਇਆ, ਬੜਾ ਅੱਛਾ ਬਿਆਨ ਆਇਆ। ਉਹ ਬਿਆਨ ਬੇਸਿਕਲੀ ਪੰਜਾਬ ਦੇ ਜਨਤਾ ਦੀ ਮਨ ਦੀ ਆਵਾਜ਼ ਸੀ। ਉਹਨਾਂ ਕਿਹਾ ਕਿ ਦੇਖੋ ਕੁਝ ਤਾਕਤਾਂ ਸੀ ਜੋ ਹਿੰਦੂ ਸਿੱਖ ਭਾਈਚਾਰੇ 'ਚ ਤਰੇੜ ਪਾਉਣਾ ਚਾਹੁੰਦੀਆਂ ਸੀ, ਪੀਐਮ ਸਾਹਿਬ ਨੇ ਫੈਸਲਾ ਕਰਕੇ ਉਹਨਾਂ ਨੂੰ ਪਰੇ ਕਰਤਾ ਹੈ। ਆਮ ਪੰਜਾਬੀ ਵੀ ਇਹ ਗੱਲ ਸਮਝ ਰਿਹਾ, ਸਾਡਾ ਵਰਕਰ ਵੀ ਇਹ ਗੱਲ ਸਮਝ ਰਿਹਾ, ਉਹ ਖੁਸ਼ ਹੈ। ਹੁਣ ਰਹਿੰਦੀਆਂ ਮੰਗਾਂ ਦਾ ਕੀ ਕਰੋਗੇ? ਕਿਸਾਨਾਂ ਦਾ ਰਿਐਕਸ਼ਨ ਆਇਆ ਕਿ ਅਸੀਂ ਤਾਂ ਉਹਨਾਂ ਚਿਰ ਬੈਠੇ ਰਹਾਂਗੇ, ਅਜੇ ਅੰਦੋਲਨ ਚੱਕਣਾ ਨਹੀਂ ਹੈ, 4 ਦੀ ਬੈਠਕ ਰੱਖੀ ਹੈ, ਲੱਗਦਾ ਕਹਿੰਦੇ ਹਾਥੀ ਲੰਘ ਗਿਆ, ਪੂਛ ਰਹਿ ਗਈ, ਹੁਣ ਇਹ ਵੀ ਨਿਬੇੜ ਦਿਓਗੇ? ਪੂਛ ਵੀ ਨਹੀਂ ਰਹਿ ਗਈ। ਮੈਂ ਤੁਹਾਨੂੰ ਦੱਸਾਂ, ਦੇਖੋ ਅੰਦੋਲਨ ਸ਼ੁਰੂ ਹੋਇਆ ਸੀ ਇਹਨਾਂ ਕਾਨੂੰਨਾਂ ਦੇ ਕਰਕੇ, ਕਾਨੂੰਨ ਵਾਪਸ ਹੋ ਗਏ, ਬਾਕੀ ਜਿਹੜੇ ਇਸ਼ੂ ਉਠਾਏ, ਪਰ ਉਹ ਕਹਿੰਦੇ ਮੰਗਾਂ ਅਸੀਂ ਫਰੋਮ ਦਾ ਵੈਰੀ ਫਸਟ ਡੇ ਮੰਗਾਂ ਅਸੀਂ ਸਾਰੀਆਂ ਰੱਖ ਰਹੇ ਹਾਂ। ਬਿਲਕੁਲ ਠੀਕ ਹੈ, ਉਹਨਾਂ ਸਾਰੀਆਂ ਮੰਗਾਂ ਦਾ ਸਰਕਾਰ ਨੇ ਜਵਾਬ ਦਿੱਤਾ। ਦੇਖੋ ਐਮਐਸਪੀ ਦੀ ਗੱਲ ਆਈ, ਪ੍ਰਾਈਮ ਮਿਨਿਸਟਰ ਨੇ ਆਪਣੇ ਸੰਬੋਧਨ 'ਚ ਵੀ ਕਿਹਾ ਕਿ ਅਸੀਂ ਕਮੇਟੀ ਬਣਾਵਾਂਗੇ, ਔਰ ਨਰਿੰਦਰ ਤੋਮਰ ਜੀ ਨੇ ਇਨਵਾਈਟ ਵੀ ਕਰ ਲਿਆ ਕਿ 5 ਨਾਮ ਜਿਹੜੇ ਹੈ ਕਿਸਾਨ ਸੰਗਠਨ, ਕਿਉਂਕਿ ਦੇਖੋ ਕਮੇਟੀ 'ਚ ਇੰਨੇ ਲੋਕ ਤਾਂ ਨਹੀਂ ਰੱਖੇ ਜਾ ਸਕਦੇ, 5 ਨਾਮ ਉਹ ਦੇ ਦੇਣ, ਕੁਝ ਨਾਮ ਸਰਕਾਰ ਵੱਲੋਂ ਆਉਣਗੇ, ਕੁਝ ਖੇਤੀਬਾੜੀ ਮਾਹਿਰ ਆਉਣਗੇ, ਉਹ ਬੈਠ ਕੇ ਜੋ ਵੀ ਐਮਐਸਪੀ ਦੇ ਬਾਰੇ 'ਚ ਫੈਸਲਾ ਕਰਨਗੇ, ਸਰਕਾਰ ਉਹਨੂੰ ਲਾਗੂ ਕਰੇਗੀ। ਦੇਖੋ ਇੱਕ ਗੱਲ ਬਾਰ-ਬਾਰ ਕਿਸਾਨ ਧਿਰਾਂ ਕਹਿੰਦੀਆਂ ਰਹੀਆਂ ਪਹਿਲਾਂ ਕਿ ਇਹ ਕਾਨੂੰਨ ਆਏ ਜੀ ਸਲਾਹ ਮਸ਼ਵਰਾ ਨਹੀਂ ਕੀਤਾ, ਕਹਿੰਦੀਆਂ ਰਹੀਆਂ ਨਾ। ਹੁਣ ਜੇ ਕੋਈ ਹੋਰ ਕਾਨੂੰਨ ਵੀ ਬਣਨਾ ਹੈ ਤੇ ਸਲਾਹ ਮਸ਼ਵਰਾ ਤੇ ਕਰਨਾ ਪੈਣਾ ਹੈ, ਔਰ 5 ਲੋਕ ਇਹਨਾਂ ਦੇ ਇਨਵਾਈਟ ਕੀਤੇ ਹੈ, ਇਸ ਕਰਕੇ ਮੈਨੂੰ ਲੱਗਦਾ ਉਹ ਇਸ਼ੂ ਵੀ ਐਡਰੈਸ ਹੈ। ਚਲੋ ਡਾਕਟਰ ਸਾਹਿਬ, ਖਬਰ ਦੇ ਜਿਓ, ਹਾਈ ਕਮਾਂਡ ਦੇ ਬੜੇ ਕਰੀਬੀ ਬੰਦੇ ਹੋ, ਖਬਰ ਦੇ ਜਿਓ ਕਿ ਕਰਨ ਜਾ ਰਹੇ ਹੋ। ਹੁਣ ਇਸ ਹਵਾਲੇ ਤੋਂ ਖੁਸ਼ਖਬਰੀ ਆ ਸਕਦੀ ਹੈ, ਕਿਉਂਕਿ ਪਿਛਲੇ ਇੰਟਰਵਿਊ 'ਚ ਤੁਸੀਂ ਇਸ਼ਾਰਾ ਕਰਕੇ ਗਏ ਸੀ ਕਿ ਖੁਸ਼ਖਬਰੀ ਮਿਲ ਸਕਦੀ ਹੈ। ਹੁਣ ਕੋਈ ਖਬਰ ਦੇ ਕੇ ਜਾਓ ਕਿ ਅੰਦਰ ਚੱਲ ਕੀ ਰਿਹਾ। ਦੇਖੋ ਬਿਲਕੁਲ ਸਪਸ਼ਟਤਾ ਹੈ ਸਰਕਾਰ ਨੂੰ, ਪ੍ਰਧਾਨ ਮੰਤਰੀ ਜੀ ਬਹੁਤ ਸਪਸ਼ਟ ਨੇ ਕਿ ਉਹਨਾਂ ਨੇ ਜੋ ਅਹਿਦ ਕੀਤਾ ਸੀ ਕਿ ਮੈਂ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨੀ ਹੈ, ਉਹ ਕਰਨੀ ਹੈ। ਕਾਨੂੰਨ ਵੀ ਇਸੇ ਲਈ ਆਏ ਸੀ, ਨਹੀਂ ਸਮਝਾ ਸਕੇ ਦੇ ਮਾਫੀ ਮੰਗਦੇ ਹੋਏ ਵਾਪਸ ਲੈ ਲਏ। ਜੋ ਮੰਗਾਂ ਹੈ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ, ਔਰ ਤੁਸੀਂ ਦੇਖੋਗੇ ਬਹੁਤ ਜਲਦੀ ਅੰਦੋਲਨ ਵਾਪਸ ਹੋ ਰਿਹਾ ਹੈ, ਵਾਪਸ ਹੋਏਗਾ। ਅਸੀਂ ਹਰ ਹੀਲਾ ਕਰਾਂਗੇ ਅੰਦੋਲਨ ਵਾਪਸ ਹੋਏ, ਕਿਸਾਨ ਭਰਾ ਆਪਣੇ ਘਰ ਖੁਸ਼ੀ ਆਉਣ। ਪੰਜਾਬ ਦੀ ਖੁਸ਼ਹਾਲੀ ਲਈ, ਪੰਜਾਬ ਦੀ ਅਮਨ ਲਈ ਇਹ ਬਹੁਤ ਜ਼ਰੂਰੀ ਹੈ। ਔਰ ਮੈਂ ਤਾਂ ਸਾਰੇ ਪੰਜਾਬੀਆਂ ਨੂੰ ਵੀ ਅਪੀਲ ਕਰਨੀ ਹੈ ਤੁਹਾਡੇ ਮਾਧਿਅਮ ਨਾਲ ਵੀ ਕਿ ਕੁਝ ਕੜਵਾਹਟ ਅਗਰ ਪਿਛਲੇ 1 ਸਾਲ 'ਚ ਆਈ ਵੀ ਹੋਏਗੀ, ਉਸ ਕੜਵਾਹਟ ਨੂੰ ਠੀਕ ਕਰਨ ਦਾ ਸਮੇਂ ਆ ਗਿਆ ਜੀ। ਅਸੀਂ ਇਹਨੂੰ ਇੱਕ ਅੱਛੇ ਸੁਖਦ ਵਾਤਾਵਰਣ 'ਚ ਇਸ ਪੂਰੇ ਐਪੀਸੋਡ ਨੂੰ ਖਤਮ ਕਰੀਏ, ਔਰ ਕਿਉਂਕਿ ਪੰਜਾਬ ਸ਼ਾਂਤ ਰਹੇ, ਪੰਜਾਬ ਖੁਸ਼ਹਾਲ ਹੋਏ, ਪੂਰੇ ਦੇਸ਼ ਲਈ ਬੜਾ ਜ਼ਰੂਰੀ ਹੈ ਜੀ। ਸੋ ਅਸੀਂ ਚੋਣਾਂ ਵੀ ਆਉਣੀਆਂ, ਅਸੀਂ ਇੱਕ ਅੱਛੀ ਸਰਕਾਰ ਬਣਾਈਏ, ਇੱਕ ਨਵਾਂ ਪੰਜਾਬ ਬਣਾਈਏ, ਖੁਸ਼ਹਾਲ ਪੰਜਾਬ ਬਣਾਈਏ। ਇਸ ਲਈ ਅਸੀਂ ਜੋ ਕਰਨਾ ਪਏਗਾ ਕਰਾਂਗੇ। ਅਕਾਲੀਆਂ ਦੇ ਨਾਲ ਪੈਚਅਪ ਹੋ ਸਕਦਾ? ਬਿਲਕੁਲ ਨਹੀਂ ਹੋ ਸਕਦਾ। ਨਾ ਪ੍ਰੀ ਇਲੈਕਸ਼ਨ ਨਾ ਪੋਸਟ ਇਲੈਕਸ਼ਨ, ਨਾ ਪ੍ਰੀ ਇਲੈਕਸ਼ਨ ਨਾ ਪੋਸਟ ਇਲੈਕਸ਼ਨ। ਬਹੁਤ ਵੱਡੀ ਤੁਸੀਂ ਸਟੇਟਮੈਂਟ ਦੇ ਰਹੇ ਹੋ। ਬਹੁਤ ਵੱਡੀ ਸਟੇਟਮੈਂਟ ਦੇ ਰਹੇ ਹਾਂ, ਔਰ ਬੜੀ ਸੋਚ ਸਮਝ ਕੇ, ਬੜੀ ਜ਼ਿੰਮੇਵਾਰੀ ਨਾਲ ਦੇ ਰਹੇ ਹਾਂ। ਦੇਖੋ ਅਸੀਂ ਸਾਰੀਆਂ ਸੀਟਾਂ ਤੇ ਚੋਣਾਂ ਲੜ ਰਹੇ ਹਾਂ, ਅਸੀਂ ਪਾਰਟੀ ਨੂੰ ਮਜ਼ਬੂਤ ਕਰਨਾ ਹੈ। ਪ੍ਰੀ ਇਲੈਕਸ਼ਨ ਤਾਂ ਇਸ ਕਰਕੇ ਨਹੀਂ ਹੋਣਾ, ਪੋਸਟ ਇਲੈਕਸ਼ਨ ਇਸ ਕਰਕੇ ਨਹੀਂ ਹੋਣਾ ਕਿ ਉਹਦੀ ਲੋੜ ਨਹੀਂ ਪੈਣੀ। ਮੈਂ ਤੁਹਾਨੂੰ ਅੱਜ ਕਹਿ ਕੇ ਜਾ ਰਿਹਾ,
ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ 2022 ਚ ਪੰਜਾਬ 'ਚ ਬਣਨ ਵਾਲੀ ਹੈ। ਤੁਸੀਂ ਦੇਖੋਗੇ ਇੰਨੀ ਤੇਜ਼ੀ ਨਾਲ ਲੋਕ ਭਾਰਤੀ ਜਨਤਾ ਪਾਰਟੀ 'ਚ ਆ ਰਹੇ ਨੇ, ਮੈਂ ਤਾਂ ਉਹਨੂੰ ਮਹਿਸੂਸ ਕਰ ਰਿਹਾ ਉਸ ਫੀਲਿੰਗ ਨੂੰ, ਉਸ ਵੇਵਸ ਜਿਹੜੀਆਂ ਆ ਰਹੀਆਂ ਨੇ। ਇੰਨੀ ਤਰ੍ਹਾਂ ਦੇ ਲੋਕ, ਹਰ ਸਮਾਜ ਦੇ ਲੋਕ, ਹਰ ਪੋਲੀਟੀਕਲ ਪਾਰਟੀ ਦੇ ਲੋਕ ਤੇਜ਼ੀ ਨਾਲ ਬੀਜੇਪੀ ਵੱਲ ਉਹਨਾਂ ਦਾ ਝੁਕਾਅ ਵੱਧ ਰਿਹਾ ਹੈ, ਕਿਉਂਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਬੀਜੇਪੀ ਦੇ ਖਿਲਾਫ ਇੱਕ ਹੀ ਇਸ਼ੂ ਹੈ, ਉਹ ਖਤਮ ਹੋ ਗਿਆ। ਬਾਕੀ ਪਾਰਟੀਆਂ ਦੇ ਇਸ਼ੂ ਤਾਂ ਉੱਥੇ ਹੀ ਖੜੇ ਨੇ। ਜਿਹੜੇ ਬਾਕੀ ਪਾਰਟੀਆਂ ਤੇ ਸਵਾਲ ਸੀ, ਚਾਹੇ ਉਹ ਬੇਅਦਬੀ ਦਾ ਸੀ, ਚਾਹੇ ਉਹ ਡਰੱਗਸ ਦਾ ਸੀ, ਚਾਹੇ ਉਹ ਮਾਫੀਆ ਰਾਜ ਦਾ ਹੈ, ਚਾਹੇ ਉਹ ਕਰਪਸ਼ਨ ਦਾ ਹੈ, ਉਹ ਬਾਕੀ ਪਾਰਟੀਆਂ ਤੇ ਐਜ਼ ਇਟ ਇਜ਼ ਖੜੇ ਹੈ। ਬੀਜੇਪੀ ਦੇ ਖਿਲਾਫ ਜੋ ਮੁੱਦਾ ਸੀ ਉਹ ਖਤਮ ਹੋ ਗਿਆ। ਇਸ ਕਰਕੇ ਪੰਜਾਬ ਦੀ ਜਨਤਾ ਦਾ ਬੀਜੇਪੀ ਤੇ ਵਿਸ਼ਵਾਸ ਬਣੇਗਾ, ਵਧੇਗਾ, ਸਰਕਾਰ ਬਣੇਗੀ। ਤੁਸੀਂ 117 ਦੀ ਗੱਲ ਕੀਤੀ ਡਾਕਟਰ ਸਾਹਿਬ, ਕੈਪਟਨ ਸਾਹਿਬ ਦਾ ਫਿਰ ਕੀ ਕਰੋਗੇ? ਉਹ ਤਾਂ ਕਹਿ ਰਿਹਾ ਕਿ ਮੈਂ ਭਾਜਪਾ ਦੇ ਨਾਲ ਅਲਾਈਅੰਸ ਕਰੂੰਗਾ। ਦੇਖੋ, ਗੱਠਜੋੜ ਹੋਏਗਾ ਨਹੀਂ ਹੋਏਗਾ, ਮੈਂ ਇਹਦੇ ਬਾਰੇ ਅੱਜ ਕੁਝ ਨਹੀਂ ਕਹਿ ਸਕਦਾ। ਇਹਦਾ ਫੈਸਲਾ ਤਾਂ ਕੇਂਦਰੀ ਲੀਡਰਸ਼ਿਪ ਨੇ ਕਰਨਾ ਹੈ। ਅੱਜ ਦੇ ਦਿਨ ਤੱਕ ਜਦੋਂ ਮੈਂ ਤੁਹਾਡੇ ਨਾਲ ਇੱਥੇ ਬੈਠਾ ਗੱਲਬਾਤ ਕਰ ਰਿਹਾ, ਸਾਨੂੰ ਬਹੁਤ ਸਪਸ਼ਟ ਦਿਸ਼ਾ ਨਿਰਦੇਸ਼ ਹੈ ਔਰ ਉਸੇ ਦਿਸ਼ਾ ਨਿਰਦੇਸ਼ ਦੇ ਤਹਿਤ ਅਸੀਂ ਕੰਮ ਕਰ ਰਹੇ ਹਾਂ ਕਿ ਸਾਰੀਆਂ 117 ਸੀਟਾਂ ਲੜਨੀਆਂ। ਕੇਡਰ ਐਡਾ ਵੱਡਾ ਤੁਸੀਂ ਸਥਾਪਿਤ ਕਰ ਲਓਗੇ, ਕਿਉਂਕਿ 23 ਤੇ ਤੁਹਾਡਾ ਤਜਰਬਾ ਬੋਲਦਾ ਤੇ ਹੁਣ 117 ਤੇ ਜਾਣਾ, ਔਰ ਖਾਸ ਤੌਰ ਤੇ ਤੁਸੀਂ ਵੀ ਫਾਰਮ 'ਚ ਹੀ ਹੋਣੀ ਆਏ ਹੋ ਜਦੋਂ ਕਾਨੂੰਨ ਰਿਪੀਲ ਹੋ ਗਏ, ਸੁਭਾਵਿਕ ਤੌਰ ਤੇ ਮਾਹੌਲ ਹੁਣ ਬਣਿਆ, ਇੰਨੀ ਛੇਤੀ ਸੌਖਾ ਰਹੂਗਾ? ਅਸੀਂ ਗਰਾਊਂਡ ਵਰਕ ਕਰ ਰਹੇ ਸੀ। ਅਗਰ ਕਿਸੇ ਨੂੰ ਇਹ ਮੁਗਾਲਤਾ ਹੈ ਕਿ ਬੀਜੇਪੀ ਗਰਾਊਂਡ ਵਰਕ ਨਹੀਂ ਕਰ ਰਹੀ ਸੀ, ਮੈਂ ਅੱਜ ਸ਼ਾਹਕੋਟ ਦੀ ਮੀਟਿੰਗ ਕਰਕੇ ਆਇਆ, ਮੈਂ ਅੱਜ ਨਕੋਦਰ ਦੀ ਮੀਟਿੰਗ ਕਰਕੇ ਆਇਆ, ਕੋਈ ਮੀਟਿੰਗ ਲੋਕਾਂ ਨਾਲ ਕਰਕੇ ਆਇਆ। ਸਾਡਾ ਬੂਥ ਸਤਰ ਤੱਕ ਦਾ ਢਾਂਚਾ 80% ਤੋਂ ਜ਼ਿਆਦਾ ਸ਼ਾਹਕੋਟ, ਨਕੋਦਰ ਵਰਗੀਆਂ ਵਿਧਾਨ ਸਭਾ 'ਚ ਖੜਾ ਹੈ। ਕਿਉਂ ਖੜਾ ਹੈ? ਕਿਉਂਕਿ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਲੱਗੇ ਹੋਏ ਸੀ ਆਪਣੇ ਕੰਮ 'ਚ। ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ, ਜਿਨ੍ਹਾਂ ਲੋਕਾਂ ਨੂੰ ਇਹ ਲੱਗਦਾ ਹੈ ਕਿ ਇੰਨੀ ਜਲਦੀ ਕਿਵੇਂ ਪੋਲਿਟਿਕਸ ਹੋ ਜਾਂਦੀ ਹੈ, ਇੰਨੀ ਜਲਦੀ ਕਿਵੇਂ ਬੀਜੇਪੀ ਲੜ ਲਏਗੀ, ਅਸੀਂ ਇਹ ਕੋਈ ਪਹਿਲੀ ਵਾਰੀ ਕਰਨਾ ਹੈ ਜੀ। ਤ੍ਰਿਪੁਰਾ 'ਚ ਸਾਡੀ 0 ਸੀਟ ਸੀ, ਸੋਢੀ ਸਾਹਿਬ ਜੀ, 0 ਸੀਟ ਤੋਂ ਅਸੀਂ ਮੈਜੋਰਿਟੀ ਦੀ ਸਰਕਾਰ ਬਣਾਈ ਹੈ ਤ੍ਰਿਪੁਰਾ 'ਚ। ਹਰਿਆਣੇ ਸਾਡੀਆਂ ਪੰਜਾਬ ਵਾਂਗੂ 4 ਹੀ ਸੀਟਾਂ ਸੀ ਜੀ, ਅਸੀਂ ਦੂਜੀ ਵਾਰੀ ਸਰਕਾਰ 'ਚ ਆ ਗਏ ਹਾਂ, ਉੱਥੇ 7 ਸਾਲ ਹੋ ਗਏ ਆ। ਪੱਛਮੀ ਬੰਗਾਲ ਅਸੀਂ 3 ਤੋਂ ਸਰਕਾਰ ਚਾਹੇ ਨਹੀਂ ਬਣਾ ਸਕੇ, 3 ਸੀਟਾਂ ਤੋਂ ਅਸੀਂ 77 ਸੀਟਾਂ ਤੱਕ ਪਹੁੰਚ ਗਏ ਹਾਂ। ਦੇਸ਼ 'ਚ ਐਸੀਆਂ ਬਹੁਤ ਸਾਰੀਆਂ ਉਦਾਹਰਨਾਂ ਹੈ ਕਿ ਬੀਜੇਪੀ ਨੇ ਇੱਕਦਮ ਜਿਹੜਾ ਰਾਈਜ਼ ਕੀਤਾ। ਪੰਜਾਬ ਦਾ ਮਾਹੌਲ ਜਿਹੜਾ ਨਾ ਮੈਨੂੰ ਐਸਾ ਹੀ ਦਿਖ ਰਿਹਾ ਹੈ, ਜ਼ਮੀਨ ਤਿਆਰ ਹੈ, ਪੰਜਾਬ ਦੇ ਲੋਕ ਬੀਜੇਪੀ ਨੂੰ ਦੇਖਣਾ ਚਾਹੁੰਦੇ। ਪਰ ਆਮ ਆਦਮੀ ਪਾਰਟੀ ਵਾਲੇ ਇਹ ਤੁਹਾਡੇ ਤੇ ਇਲਜ਼ਾਮ ਲਾਉਂਦੇ ਆ, ਕਹਿੰਦੇ ਕਿ ਭਾਜਪਾ ਦਾ ਜ਼ੋਰ ਲੱਗਿਆ ਹੋਇਆ ਕਿ ਸਾਨੂੰ ਰੋਕਣਾ, ਬੇਸ਼ੱਕ ਚੰਨੀ ਨੂੰ ਮੁੱਖ ਮੰਤਰੀ ਕਿਉਂ ਨਾ ਬਣਾਉਣਾ ਪੈ ਜੇ। ਦੇਖੋ, ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਸਟ੍ਰੈਟਜੀ ਹੈ ਨਾ, ਉਹ ਸਟ੍ਰੈਟਜੀ ਹਮੇਸ਼ਾ ਹੀ ਇਹ ਰਹਿੰਦੀ ਹੈ ਕਿ ਉਹ ਬਹੁਤ ਉੱਪਰੋਂ ਸ਼ੁਰੂ ਕਰਦੇ। ਦੇਖੋ, ਪਿਛਲੀ ਵਾਰੀ ਸਰਵੇ ਕਰਾਈ ਜੀ, 90 ਸੀਟਾਂ ਆਮ ਆਦਮੀ ਪਾਰਟੀ ਦੀਆਂ ਆ ਰਹੀਆਂ। ਆਏ ਸੀ ਨਾ ਜੀ ਸਰਵੇ, ਕਿੱਥੇ ਟਿਕੇ ਆ ਕੇ? ਐਂਟੀ ਇਨਕੰਬੈਂਸੀ ਸੀ ਸਾਡੇ ਖਿਲਾਫ, ਅਕਾਲੀ ਬੀਜੇਪੀ ਦੇ ਖਿਲਾਫ ਐਂਟੀ ਇਨਕੰਬੈਂਸੀ ਸੀ। ਉਹਦੇ ਕਰਕੇ ਜਿਹੜੇ ਲੋਕ ਕਾਂਗਰਸ ਨੂੰ ਵੋਟਾਂ ਨਹੀਂ ਪਾਉਣਾ ਚਾਹੁੰਦੇ ਸੀ, ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਤੀਆਂ। ਸਾਨੂੰ ਲੋਕ ਕਹਿੰਦੇ ਸੀ ਉਦੋਂ ਵੀ ਕਿ ਤੁਸੀਂ ਅਕਾਲੀ ਦਲ ਨੂੰ ਛੱਡ ਕੇ ਆ ਜਾਓ, ਅਸੀਂ ਤੁਹਾਡਾ ਸਾਥ ਦੇਵਾਂਗੇ। ਸਮ ਹੋ ਵੀ ਕੁਡ ਨਾਟ ਡਿਸਾਈਡ, ਅਸੀਂ ਡਿਸਾਈਡ ਨਹੀਂ ਕਰ ਸਕੇ। ਅੱਜ ਆਮ ਆਦਮੀ ਪਾਰਟੀ ਦੀ ਕੀ ਹਾਲਤ ਹੈ? ਨਾ ਤੇ ਪਿਛਲੀ ਵਾਰ ਜਿੰਨਾ ਮੋਮੈਂਟਮ ਹੈ ਉਹਨਾਂ ਕੋਲੇ, ਦੂਜਾ ਇੱਕ ਵੱਡਾ ਨੁਕਸਾਨ ਜਿਹੜਾ ਉਹਨਾਂ ਨੂੰ ਹੋ ਰਿਹਾ, ਜੋ ਮੈਂ ਸਮਝ ਪਾ ਰਿਹਾ, ਇੱਕ ਪਿਛਲੀ ਵਾਰੀ ਉਹ ਨਵੇਂ ਸੀ, ਪੰਜਾਬ ਦੇ ਲੋਕਾਂ ਨੂੰ ਥੋੜਾ ਕਿਉਰਿਓਸਿਟੀ ਸੀ ਕਿ ਦੇਖੀਏ। 5 ਸਾਲ ਜਿਹੜਾ ਵਿਰੋਧੀ ਧਿਰ ਦੇ ਨਾਤੇ ਆਮ ਆਦਮੀ ਪਾਰਟੀ ਦਾ ਕਿਰਦਾਰ ਰਿਹਾ, ਲੋਕਾਂ ਨੇ ਉਹ ਦੇਖਿਆ। ਦੇਖੋ, ਸੱਤਾ ਚਾਣ ਤੋਂ ਬਾਅਦ ਲੋਕ ਲੜਦੇ ਹੁੰਦੇ ਆ, ਹਾਲਾਂਕਿ ਸਾਡੀ ਪਾਰਟੀ 'ਚ ਤਾਂ ਉਹ ਵੀ ਨਹੀਂ ਹੁੰਦਾ, ਸਾਡੀ ਸਰਕਾਰਾਂ ਚੱਲਦੀਆਂ, ਕਦੀ ਪਾਰਟੀ ਨਹੀਂ ਟੁੱਟੀ। ਵਿਰੋਧੀ ਧਿਰ 'ਚ ਫੁੱਟ ਪੈ ਜੇ, ਵਿਰੋਧੀ ਧਿਰ ਦੋ ਫਾੜ ਹੋ ਜੇ, ਇਹ ਲੋਕਾਂ ਨੇ ਪਹਿਲੀ ਵਾਰੀ ਦੇਖਿਆ ਕਿ ਹਲੇ ਤੇ ਇਹਨਾਂ ਨੂੰ ਸੱਤਾ ਹੀ ਨਹੀਂ ਮਿਲੀ ਤਾਂ ਲੜ ਰਹੇ ਆ। 20 ਚੋਂ 9 ਐਮਐਲਏ ਦੌੜ ਗਏ ਆ, ਠੀਕ ਹੈ ਜੀ, 4 ਹੋਰ ਦੌੜਨ ਦੀ ਤਿਆਰੀ 'ਚ, ਅੱਜ ਲਿਖ ਲਓ, ਅਗਲੇ 15-20 ਦਿਨ 'ਚ ਦੌੜ ਜਾਣੇ ਆ ਜੀ। MP ਸਾਹਿਬ ਦੌੜਨ ਦੀ ਤਿਆਰੀ 'ਚ ਹੈ। ਲੋਕ ਦੇਖ ਰਹੇ ਆ ਕਿ ਯਾਰ ਹੱਲੇ ਤੇ ਸੱਤਾ 'ਚ ਨਹੀਂ ਮਿਲੀ ਤੇ ਤਾਂ ਇਹ ਛਿੱਤਰੋ ਛਿੱਤਰੀ ਹੋ ਰਹੇ ਨੇ, ਤੇ ਜੇ ਕਿਤੇ ਖੁਦਾ ਨਾ ਖਾਸਤਾ ਹੈ ਸੱਤਾ ਜਾ ਕੇ ਤੇ ਕਰਨਗੇ ਕੀ? MP ਸਾਹਿਬ ਨਾਲ ਤੁਹਾਡੀ ਗੱਲ ਚੱਲ ਰਹੀ? MP ਸਾਹਿਬ ਨਾਲ ਸਾਡੀ ਤੇ ਕਈਆਂ ਨਾਲ ਗੱਲ ਚੱਲ ਰਹੀ ਹੈ, ਲੇਕਿਨ ਮੈਂ ਤੁਹਾਨੂੰ ਆਮ ਆਦਮੀ ਪਾਰਟੀ ਦੀ ਗੱਲ ਦੱਸ ਰਿਹਾ। ਲੋਕ ਇਹ ਦੇਖ ਰਹੇ ਨੇ ਕਿ ਯਾਰ ਵਿਰੋਧੀ ਧਿਰ 'ਚ ਹੋ ਗਏ। ਦੂਜੀ ਗੱਲ, ਕਾਂਗਰਸ ਦੀ B ਟੀਮ ਦੇ ਨਾਤੇ ਵਿਵਹਾਰ ਕੀਤਾ। 4-4.5 ਸਾਲ ਪੂਰਾ ਕਾਂਗਰਸ ਦਾ ਝੰਡਾ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਆਮ ਆਦਮੀ ਪਾਰਟੀ ਦੀ ਪੰਜਾਬ 'ਚ ਲੜਾਈ ਕਿਹਦੇ ਨਾਲ ਹੈ? ਕਾਂਗਰਸ ਨਾਲ ਹੈ ਨਾ। ਸਰਕਾਰ 'ਚ ਕਾਂਗਰਸ ਹੈ, ਵਿਰੋਧੀ ਧਿਰ ਆਮ ਆਦਮੀ ਪਾਰਟੀ ਹੈ। ਤੁਸੀਂ ਆਮ ਆਦਮੀ ਪਾਰਟੀ ਦਾ ਪਿਛਲੇ 1.5-2 ਸਾਲ ਦਾ ਸਟੇਟਮੈਂਟ ਤੇ ਰਿਕਾਰਡ ਕੱਢ ਕੇ ਦੇਖ ਲਓ, ਉਹ 2 ਗਾਲਾਂ ਕਾਂਗਰਸ ਨੂੰ ਕੱਢਦੇ ਆ, 10 ਗਾਲਾਂ ਬੀਜੇਪੀ ਨੂੰ ਕੱਢਦੇ ਆ। ਪੰਜਾਬ 'ਚ ਬੀਜੇਪੀ ਦੇ 2 MLA, ਲੜਾਈ ਤੁਹਾਡੀ ਕਾਂਗਰਸ ਨਾਲ। ਤੁਸੀਂ ਬੀਜੇਪੀ ਕਿਉਂ? ਕਿਉਂਕਿ ਉਹ ਤੇ ਕਾਂਗਰਸ ਦੀ ਤਾਂ B ਟੀਮ ਆ। ਉਹ ਕਾਂਗਰਸ ਨੂੰ ਤਾਂ ਬਸ ਉਨੀਆਂ ਕੀ ਗਾਲਾਂ ਕੱਢਦੇ ਆ ਕਿ ਲੋਕਾਂ ਨੂੰ ਪਤਾ ਨਾ ਲੱਗੇ ਕਿ ਮੈਚ ਫਿਕਸ ਹੈ ਜੀ। ਉਹਨਾਂ ਨੂੰ ਇਹ ਲੱਗਦਾ ਹੈ ਕਿ, ਔਰ ਸੱਚੀ ਤੁਹਾਨੂੰ ਮੈਂ ਦੱਸ ਰਿਹਾ, ਤੁਸੀਂ ਦੇਖਣਾ ਆਮ ਆਦਮੀ ਪਾਰਟੀ ਦਾ ਜੋ ਲੋਕ ਸਭਾ 'ਚ ਹਾਲ ਸੀ ਨਾ, ਉਸ ਤੋਂ ਵੀ ਮਾੜਾ ਹਾਲ ਹੋਣਾ ਹੈ। ਮੈਨੂੰ ਨਹੀਂ ਲੱਗਦਾ ਡਬਲ ਡਿਜਿਟਸ ਪਹੁੰਚਣ। ਸਿਰਸਾ ਵਾਲੇ ਧਮਾਕੇ ਤੋਂ ਬਾਅਦ ਕੁਝ ਨਵਾਂ ਕਰਨ ਜਾ ਰਹੇ ਹੋ? ਦੇਖੋ, ਪੰਜਾਬ 'ਚ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਨਾ, ਬਹੁਤ ਵੱਡੀ ਨਿਰਾਸ਼ਾ ਹੈ ਬਹੁਤ ਸਾਰੇ ਲੋਕਾਂ ਦੇ ਮਨ 'ਚ, ਪੋਲੀਟੀਕਲ ਲੀਡਰਸ ਦੇ ਮਨ 'ਚ ਵੀ ਹੈ। ਕਾਂਗਰਸ ਜਿਸ ਪ੍ਰਕਾਰ ਦੀ ਲੜਾਈ ਚੱਲ ਰਹੀ ਹੈ, ਚੰਨੀ ਸਾਹਿਬ ਸਵੇਰੇ ਕੁਝ ਕਹਿੰਦੇ ਆ, ਸਿੱਧੂ ਸਾਹਿਬ ਸ਼ਾਮ ਨੂੰ ਕੁਝ ਕਹਿ ਦਿੰਦੇ ਆ।
ਮੈਨੂੰ ਹੁਣ ਪਤਾ ਲੱਗਿਆ ਕੱਲ ਪਰਸੋਂ ਜਾ ਕੇ ਇੱਕ ਨਵਾਂ ਫਾਰਮੂਲਾ ਦੇ ਆਏ ਆ ਕਾਂਗਰਸ ਪ੍ਰਧਾਨ ਨੂੰ। ਕਾਂਗਰਸ ਦੇ ਬੰਦਰ ਬਹੁਤ ਸਾਰੇ ਨੇਤਾ ਨੇ ਜਿਹੜੇ ਅੱਛਾ ਕੰਮ ਕਰਨਾ ਚਾਹੁੰਦੇ ਨੇ, ਜਿਨ੍ਹਾਂ ਨੂੰ ਲੱਗਦਾ ਲੇਕਿਨ ਉਹ ਕਰ ਨਹੀਂ ਪਾ ਰਹੇ, ਉਹ ਫਰਸਟ੍ਰੇਟਡ ਨੇ, ਨਿਰਾਸ਼ ਨੇ। ਅਕਾਲੀ ਦਲ ਦੇ ਅੰਦਰ ਵੀ ਬਹੁਤ ਵੱਡਾ ਵਰਗ ਹੈ ਜਿਹੜਾ ਅਥਾਰਟੇਰੀਅਨ ਜਿਹੜੀ ਐਟੀਟਿਊਡ ਹੈ, ਡਿਕਟੋਰੀਅਲ ਐਟੀਟਿਊਡ ਹੈ, ਉਹਨੂੰ ਪਸੰਦ ਨਹੀਂ ਕਰ ਰਿਹਾ। ਆਮ ਆਦਮੀ ਪਾਰਟੀ ਤਾਂ ਵੈਸੇ ਹੀ ਬਿਖਰੀ ਹੋਈ ਹੈ। ਸੋ ਬਹੁਤ ਸਾਰੀਆਂ ਸੰਭਾਵਨਾਵਾਂ ਨੇ, ਬਹੁਤ ਸਾਰੇ ਲੋਕ ਆਉਣ ਵਾਲੇ ਦਿਨਾਂ 'ਚ ਬੀਜੇਪੀ ਚਾਹ ਫਿਰ ਸਾਨੂੰ ਪੰਜਾਬ ਲੈ ਕੇ ਆਉਂਗੇ, ਉਹ ਪੂਰੇ ਦੇਸ਼ 'ਚ ਜਾਣਗੇ। ਬਹੁਤ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ, ਸੀਐਮ ਫੇਸ ਬਣਾਇਆ ਜਾ ਸਕਦਾ ਹੈ ਜਾਂ ਤੁਹਾਡੀ ਹੋਰ ਕਈ ਚਿਹਰਿਆਂ ਤੇ ਨਜ਼ਰ ਹੈਗੀ ਹੈ। ਦੇਖੋ ਸਿਰਸਾ ਸਾਹਿਬ ਤਾਂ ਪੂਰੇ ਦੇਸ਼ 'ਚ ਜਾਣਗੇ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਉਹ ਸਿੱਖ ਰਾਜਨੀਤੀ ਦਾ ਵੱਡਾ ਚਿਹਰਾ ਨੇ ਔਰ ਭਾਰਤੀ ਜਨਤਾ ਪਾਰਟੀ ਰਾਸ਼ਟਰੀ ਸਤਰ ਤੇ ਵੀ ਉਹਨਾਂ ਦਾ ਇਸਤੇਮਾਲ ਕਰੇਗੀ। ਉਹਨਾਂ ਦੀ ਇੱਕ ਕ੍ਰੈਡੀਬਿਲਿਟੀ ਹੈ, ਉਹ ਇੱਕ ਕ੍ਰੈਡੀਬਲ ਫੇਸ ਨੇ। ਦੇਖੋ ਪੰਜਾਬ ਦਾ ਸੀਐਮ ਫੇਸ ਸਿੱਖ ਹੋਊਗਾ ਜਾਂ ਹਿੰਦੂ ਹੋਊਗਾ? ਪੰਜਾਬ ਦਾ ਸੀਐਮ ਫੇਸ ਪੰਜਾਬੀ ਹੋਏਗਾ। ਭਾਰਤੀ ਜਨਤਾ ਪਾਰਟੀ ਕਦੀ ਇਸ ਗੱਲ 'ਚ ਵਿਸ਼ਵਾਸ ਨਹੀਂ ਕਰਦੀ ਹੈ। ਅਸੀਂ ਤੇ ਇਹ ਕਹਿੰਦੇ ਆ ਕਿ ਕੋਈ ਵੀ ਪੰਜਾਬੀ ਮੁੱਖ ਮੰਤਰੀ ਬਣ ਸਕਦਾ ਜਿਹੜਾ ਯੋਗ ਹੋਏ, ਜਿਹਦੇ 'ਚ ਖਮਤਾ ਹੋਏ। ਔਰ ਮੈਂ ਖਾਸ ਕਰਕੇ ਦੇਖੋ ਕਾਂਗਰਸ ਨੇ ਜੋ ਕੀਤਾ, ਮੈਂ ਅੱਜ ਫਿਰ ਉਸ ਗੱਲ ਨੂੰ ਕ੍ਰਿਟਿਸਾਈਜ਼ ਕਰਦਾ। ਮੈਂ ਉਦੋਂ ਵੀ ਇਹ ਗੱਲ ਕਹੀ ਸੀ, ਸਿਰਫ ਇਹ ਗੱਲ ਕਹਿ ਕੇ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਨਾ ਬਣਾਉਣਾ ਕਿ ਇਹ ਹਿੰਦੂ ਨੇ, ਔਰ ਸਿਰਫ ਉਹਨੂੰ ਕਹਿਣਾ ਨਹੀਂ, ਪਬਲਿਕਲੀ ਅੰਬਿਕਾ ਸੋਨੀ ਕੋਲੋਂ ਬਿਆਨ ਦਿਵਾਉਣਾ, ਮੈਨੂੰ ਲੱਗਦਾ ਹੈ ਕਿ ਪੂਰੇ ਪੰਜਾਬ ਦੇ ਹਿੰਦੂ ਭਾਈਚਾਰੇ ਨੂੰ ਕਾਂਗਰਸ ਨੇ ਅਪਮਾਨਿਤ ਕਰਨ ਦਾ ਕੰਮ ਕੀਤਾ। ਅਰਵਿੰਦ ਕੇਜਰੀਵਾਲ ਦਾ ਇਹ ਕਹਿਣਾ ਅੰਮ੍ਰਿਤਸਰ 'ਚ ਪ੍ਰੈਸ ਕਾਨਫਰੰਸ ਕਰਕੇ ਕਿ ਅਸੀਂ ਸਿੱਖ ਭਾਈਚਾਰੇ ਦਾ ਮੁੱਖ ਮੰਤਰੀ ਬਣਾਵਾਂਗੇ, ਮੈਂ ਕਹਿੰਦਾ ਕਿਸੇ ਨੂੰ ਵੀ ਬਣਾਓ, ਸਿੱਖ ਨੂੰ ਬਣਾਓ, ਹਿੰਦੂ ਨੂੰ ਬਣਾਓ, ਕਿਸੇ ਨੂੰ ਬਣਾਓ, ਯੋग्य ਵਿਅਕਤੀ ਮੁੱਖ ਮੰਤਰੀ ਬਣਨਾ। ਲੇਕਿਨ ਤੁਸੀਂ ਇਹ ਕਹਿ ਦਿਓ ਕਿ ਹਿੰਦੂ ਮੁੱਖ ਮੰਤਰੀ ਬਣ ਹੀ ਨਹੀਂ ਸਕਦਾ, ਇਹ ਵੀ ਮੈਨੂੰ ਲੱਗਦਾ ਹੈ ਕਿ ਪੰਜਾਬ 'ਚ ਇੱਕ ਅੱਛੀ ਪਰੰਪਰਾ ਨਹੀਂ ਹੈ। ਪੰਜਾਬੀਆਂ ਨੇ ਦੇਖੋ ਕਦੀ ਫਰਕ ਨਹੀਂ ਕੀਤਾ। ਤੁਹਾਨੂੰ ਲੱਗਦਾ ਹੈ ਮੈਂ ਬੈਠਾ ਤੁਸੀਂ ਬੈਠੇ ਹੋ, ਕਿਆ ਸਾਡੇ ਦੋਨਾਂ 'ਚ ਕੋਈ ਫਰਕ ਹੈ? ਬਿਲਕੁਲ ਕੋਈ ਫਰਕ ਹੈ। ਪਰ ਤੁਹਾਡੀ ਪਾਰਟੀ ਦੇ ਇਲਜ਼ਾਮ ਲੱਗਦਾ ਹੈ ਕਿ ਭਾਜਪਾ ਜਾਤੀਵਾਦ ਦੀ ਗੱਲ ਸਭ ਤੋਂ ਵੱਧ ਕਰਦੀ ਹੈ। ਮੈਂ ਕਹਿੰਦਾ ਜੀ ਜਿੰਨਾ ਇਹ ਬਿਲਕੁਲ ਗਲਤ ਇਲਜ਼ਾਮ ਹੈ। ਸਾਡੇ ਤੇ ਇਲਜ਼ਾਮ ਲਾਉਣ ਵਾਲੇ ਸਭ ਨੂੰ ਦੱਸੋ, ਕਿਆ ਭਾਰਤੀ ਜਨਤਾ ਪਾਰਟੀ ਨੇ ਬਿਆਨ ਦਿੱਤਾ ਕਿ ਮੁੱਖ ਮੰਤਰੀ ਸਿੱਖ ਹੋਏਗਾ ਕਿ ਹਿੰਦੂ ਹੋਏਗਾ? ਇਹ ਬਿਆਨ ਕੌਣ ਦੇ ਰਹੇ ਹੈ? ਇਹ ਬਿਆਨ ਕਾਂਗਰਸ ਦੇ ਰਹੀ ਹੈ, ਬਿਆਨ ਆਮ ਆਦਮੀ ਪਾਰਟੀ ਦੇ ਰਹੀ ਹੈ। ਫਰਕ ਕੌਣ ਪਾ ਰਿਹਾ ਹੈ? ਕੌਣ ਫਰਕ ਪਾ ਰਿਹਾ ਹੈ ਪੰਜਾਬ ਦੇ ਹਿੰਦੂ ਔਰ ਸਿੱਖ ਭਾਈਚਾਰੇ 'ਚ? ਸਾਨੂੰ ਕੋਈ ਫਰਕ ਨਹੀਂ ਹੈ ਜੀ। ਮੈਂ ਪੰਜਾਬੀ ਹਿੰਦੂ ਹਾਂ, ਮੈਨੂੰ ਕੋਈ ਫਰਕ ਨਹੀਂ ਹੈ। ਅਗਰ ਸੋਢੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਵੀ ਬਣ ਜਾਣ, ਮੈਂ ਫਖਰ ਮਹਿਸੂਸ ਕਰੂੰਗਾ ਕਿ ਯਾਰ ਸਾਡਾ ਸਿੱਖ ਭਰਾ, ਪੰਜਾਬੀ ਭਰਾ ਪ੍ਰਧਾਨ ਮੰਤਰੀ ਬਣਿਆ। ਇਸੇ ਤਰ੍ਹਾਂ ਸੋਢੀ ਸਾਹਿਬ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਸੁਭਾਸ਼ ਸ਼ਰਮਾ ਪੰਜਾਬ ਦਾ ਮੁੱਖ ਮੰਤਰੀ ਬਣ ਜਾਏ, ਉਹ ਫਖਰ ਮਹਿਸੂਸ ਕਰੇਗਾ ਕਿ ਚੱਲ ਯਾਰ ਇੱਕ ਪੜ੍ਹਿਆ ਲਿਖਿਆ ਬੰਦਾ ਮੁੱਖ ਮੰਤਰੀ। ਇਸੇ ਤਰ੍ਹਾਂ ਹੋਣਾ ਚਾਹੀਦਾ, ਇਸ ਤਰ੍ਹਾਂ ਹੋਣਾ ਚਾਹੀਦਾ ਨਾ। ਇਸ ਲਈ ਇਸ ਸਵਾਲ ਨੂੰ ਬੀਜੇਪੀ ਇਸੇ ਤਰ੍ਹਾਂ ਨਾਲ ਹੀ ਦੇਖਦੀ ਹੈ ਕਿ ਕੋਈ ਪੰਜਾਬੀ, ਉਹ ਕਿੰਨਾ ਵੀ ਯੋਗ ਕਿਉਂ ਨਹੀਂ ਹੈ, ਯੋਗ ਹੋਣਾ ਚਾਹੀਦਾ ਹੈ। ਉਹ ਹਿੰਦੂ ਹੋਏ, ਉਹ ਸਿੱਖ ਹੋਏ, ਉਹ ਮੁੱਖ ਮੰਤਰੀ ਬਣ ਸਕਦਾ ਹੈ, ਉਹਨੂੰ ਮੁੱਖ ਮੰਤਰੀ ਬਣਨਾ ਚਾਹੀਦਾ। ਔਰ ਮੈਂ ਤੁਹਾਨੂੰ ਦੱਸਿਆ ਮੈਜੋਰਿਟੀ ਪੰਜਾਬੀ ਇਸੇ ਤਰ੍ਹਾਂ ਸੋਚਦੇ ਆ। ਇਹ ਫਰਕ ਪਾਉਣ ਦਾ ਕੰਮ ਕਾਂਗਰਸ ਔਰ ਆਮ ਆਦਮੀ ਪਾਰਟੀ ਕਰ ਰਹੀ ਹੈ। ਬੀਜੇਪੀ ਇਸ ਤਰ੍ਹਾਂ ਦਾ ਕੋਈ ਫਰਕ ਨਾ ਪਾਉਣਾ ਚਾਹੁੰਦੀ ਹੈ, ਨਾ ਪਾਏਗੀ। ਬਹੁਤ ਬਹੁਤ ਧੰਨਵਾਦ ਸ਼ਰਮਾ ਜੀ, ਜਗਬਾਈ ਨਾਲ ਗੱਲਬਾਤ ਕਰਨ ਦੇ ਲਈ। ਥੈਂਕ ਯੂ ਸੋ ਮਚ।